ਹਾਂਜੀ ਵਿਦਿਆਰਥੀਓ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪੰਜਾਬੀ ਸਾਹਿਤ ਦੀ ਜਮਾਤ ਵਿੱਚ। ਆਪਾਂ ਅੱਜ ਪੜ੍ਹਾਂਗੇ ਜੀ ਪੰਜਾਬੀ ਕਹਾਣੀ ਦੇ ਇਤਿਹਾਸ ਬਾਰੇ। ਦੇਖੋ, ਪੰਜਾਬੀ ਕਹਾਣੀ ਦੇ ਇਤਿਹਾਸ ਬਾਰੇ ਜਿਹੜੇ ਪਹਿਲਾਂ ਤਾਂ ਆਪਣੇ ਦੇਖ ਲਓ ਵੀ ਟੌਪਿਕ ਕਿਹੜੇ ਕਹਾਣੀਕਾਰ ਆਪਾਂ ਕਿੱਥੇ ਪੜ੍ਹਨੇ ਆ। ਹੁਣ ਜਿਵੇਂ ਗੁਰਬਖਸ਼ ਸਿੰਘ ਪ੍ਰੀਤਲੜੀ ਹੈ, ਪਹਿਲਾ ਕਹਾਣੀਕਾਰ ਹੈ। ਫਸਟ ਅਤੇ ਸੈਕਿੰਡ ਦੋਨਾਂ ਦੇ ਵਿੱਚ ਮੈਂ ਨੋਟਸਾਂ ਦੇ ਵਿੱਚ ਲਿਖ ਹੀ ਦਿੱਤਾ ਹੈ। ਤੁਹਾਨੂੰ ਤੁਸੀਂ ਸਿਲੇਬਸ ਆਪਣਾ ਜ਼ਰੂਰ ਆਪਣੇ ਕੋਲ ਰੱਖਣਾ ਹੈ, ਉਹਨੂੰ ਜ਼ਰੂਰ ਧਿਆਨ ਦੇ ਨਾਲ ਵੇਖਦੇ ਰਿਹਾ ਕਰੋ। ਪਤਾ ਲੱਗਦਾ ਰਹਿੰਦਾ ਵੀ ਆਪਣਾ ਕਿਹੜਾ ਟੌਪਿਕ ਪੜ੍ਹਨਾ ਕਿਹੜਾ ਨਹੀਂ, ਹੈ ਨਾ। ਫਸਟ ਅਤੇ ਸੈਕਿੰਡ ਗ੍ਰੇਡ ਦੋਨਾਂ ਵਾਸਤੇ ਹੀ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਆਪਾਂ ਪੜ੍ਹਾਂਗੇ। ਫਿਰ ਉਸ ਤੋਂ ਬਾਅਦ ਆਪਾਂ ਪੜ੍ਹਨਾ ਸੰਤ ਸਿੰਘ ਸੇਖੋਂ। ਇਹ ਫਸਟ ਅਤੇ ਸੈਕਿੰਡ ਦੋਨਾਂ ਦੇ ਵਿੱਚ ਹੀ ਹੈਗਾ। ਸੰਤ ਸਿੰਘ ਸੇਖੋਂ ਵੀ। ਸੁਜਾਨ ਸਿੰਘ ਸਿਰਫ ਸੈਕਿੰਡ ਗ੍ਰੇਡ ਵਿੱਚ ਪੜ੍ਹਨਾ। ਸੈਕਿੰਡ ਲਿਖਿਆ ਹੋਇਆ ਅੱਗੇ ਸਾਹਮਣੇ, ਸੈਕਿੰਡ ਗ੍ਰੇਡ। ਅਤੇ ਉਸ ਤੋਂ ਬਾਅਦ ਬੇਟਾ ਜੀ ਕਰਤਾਰ ਸਿੰਘ ਦੁੱਗਲ ਫਸਟ ਅਤੇ ਸੈਕਿੰਡ ਦੋਨਾਂ ਦੇ ਵਿੱਚ ਹੀ ਪੜ੍ਹਾਂਗੇ ਇਹਨੂੰ ਵੀ। ਕਰਤਾਰ ਸਿੰਘ ਦੁੱਗਲ ਪ੍ਰਸਿੱਧ ਕਹਾਣੀਕਾਰ ਹੈ, ਸਭ ਤੋਂ ਜ਼ਿਆਦੀਆਂ ਕਹਾਣੀਆਂ ਲਿਖਣ ਵਾਲਾ। ਕੁਲਵੰਤ ਸਿੰਘ ਵਿਰਕ ਫਸਟ ਅਤੇ ਸੈਕਿੰਡ ਦੋਨਾਂ ਦੇ ਵਿੱਚ ਹੀ। ਕਰਤਾਰ ਸਿੰਘ ਦੁੱਗਲ ਅਤੇ ਕੁਲਵੰਤ ਸਿੰਘ ਵਿਰਕ ਇਹ ਦੋਨੋਂ ਤਾਂ ਪ੍ਰਸਿੱਧ ਬਹੁਤ ਹੈ। ਗੁਰਬਚਨ ਸਿੰਘ ਭੁੱਲਰ ਵੀ, ਇਸ ਨੂੰ ਵੀ ਫਸਟ ਅਤੇ ਸੈਕਿੰਡ ਦੋਨਾਂ ਦੇ ਵਿੱਚ ਹੀ ਪੜ੍ਹਾਂਗੇ ਆਪਾਂ। ਅਤੇ ਅਜੀਤ ਕੌਰ ਨੂੰ ਵੀ ਫਸਟ ਅਤੇ ਸੈਕਿੰਡ ਦੋਨਾਂ ਦੇ ਵਿੱਚ ਹੀ ਪੜ੍ਹਨਾ ਹੈ। ਵਰਿਆਮ ਸਿੰਘ ਸੰਧੂ ਵੀ ਫਸਟ ਸੈਕਿੰਡ ਦੇ ਵਿੱਚ ਹੀ ਹੈਗਾ। ਅਤੇ ਪ੍ਰੇਮ ਪ੍ਰਕਾਸ਼ ਸਿਰਫ ਸੈਕਿੰਡ ਗ੍ਰੇਡ ਦੇ ਵਿੱਚ ਦੇ ਰੱਖਿਆ ਹੈ। ਪ੍ਰੇਮ ਪ੍ਰਕਾਸ਼ ਦੇ ਬਾਰੇ ਵੀ ਆਪਾਂ ਪੜ੍ਹਾਂਗੇ। ਲਓ ਜੀ, ਆ ਜਾਓ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਪੰਜਾਬੀ ਕਹਾਣੀ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰੀਏ। ਪੰਜਾਬੀ ਕਹਾਣੀ, ਕਿਉਂਕਿ ਆਪਾਂ ਗਲਪ ਦੀ ਗੱਲ ਕਰ ਰਹੇ ਸੀ ਵੀ ਗਲਪ ਦੇ ਵਿੱਚ ਦੋ ਵਿਧਾ ਆਪਾਂ ਪੜ੍ਹਦੇ ਹਾਂ। ਸਾਹਿਤ ਦੇ ਦੋ ਰੂਪ ਜਿਹੜੇ ਆਪਾਂ ਪੜ੍ਹਦੇ ਹਾਂ, ਇੱਕ ਨਾਵਲ ਅਤੇ ਇੱਕ ਕਹਾਣੀ। ਨਾਵਲ ਆਪਾਂ ਪੜ੍ਹ ਚੁੱਕੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਕਹਾਣੀ ਦੀ। ਸਾਹਿਤ ਦੀ ਦੂਸਰੀ, ਨਾਵਲ ਗਲਪ ਦੀ ਦੂਸਰੀ ਵਿਧਾ ਹੈ, ਜਿਹੜੀ ਦੂਜੀ ਰੂਪ ਵਿਧਾ ਹੈ। ਪੁਰਾਤਨ ਕਹਾਣੀਆਂ ਕਿਵੇਂ ਦੀਆਂ ਹੁੰਦੀਆਂ ਸੀ, ਆਧੁਨਿਕ ਕਹਾਣੀਆਂ ਕਿਵੇਂ ਦੀਆਂ। ਕਿਉਂਕਿ ਪੁਰਾਤਨ ਪਹਿਲਾਂ ਵੀ ਕਹਾਣੀਆਂ ਲਿਖੀਆਂ ਜਾਂਦੀਆਂ ਸੀਗੀਆਂ, ਜਿਵੇਂ ਪੰਚਤੰਤਰ, ਅਲਫ ਲੈਲਾ ਤੁਸੀਂ ਸੁਣਿਆ ਹੈ ਨਾ। ਅਲਫ ਲੈਲਾ ਤਾਂ ਨਾਟਕ ਵੀ ਚੱਲਦਾ ਰਿਹਾ, ਆਪਾਂ ਵੇਖਦੇ ਰਹੇ ਹਾਂ। ਨਿੱਕੇ ਹੁੰਦੇ ਤੁਹਾਡੇ 'ਚੋਂ ਬਹੁਤ ਸਾਰੇ ਵੇਖਦੇ ਰਹੇ ਹੋਣਗੇ। ਇਹ ਆ ਜਿਹੜੀਆਂ ਇਹ ਕਹਾਣੀਆਂ ਇਸ ਤਰ੍ਹਾਂ ਦੀਆਂ ਵੀ ਇਹਨਾਂ ਨੂੰ ਆਪਾਂ ਆਧੁਨਿਕ ਜਿਹੜੀ ਹੈਗੀ ਆ ਕਹਾਣੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸ਼ਾਰਟ ਸਟੋਰੀ, ਨਿੱਕੀ ਕਹਾਣੀ, ਛੋਟੀ ਕਹਾਣੀ ਹੈ। ਇਹ ਜਿਹੜੀਆਂ ਕਹਾਣੀਆਂ ਅੱਜ ਦੇ ਆਧੁਨਿਕ ਦੇ ਵਿੱਚ ਜਿਹੜਾ ਨਾਮ ਦਿੱਤਾ ਹੋਇਆ, ਇਹ ਅਸਲ ਦੇ ਵਿੱਚ ਸਾਨੂੰ ਪੂੰਜੀਵਾਦ ਦੀ ਦੇਣ ਹੈ। ਇਹ ਸਾਨੂੰ ਮੱਧ ਵਰਗੀ ਜਿਹੜੀ ਪੂੰਜੀਵਾਦ ਦੇ ਨਾਲ ਹੀ ਜਿਹੜੀ ਮੱਧ ਵਰਗੀ ਸ਼੍ਰੇਣੀ ਉਤਪੰਨ ਹੁੰਦੀ ਹੈ। ਇਹ ਮਤਲਬ ਕੀ ਆ, ਉਸ ਸਥਿਤੀ, ਉਹ ਜਿਹੜੀ ਪੈਦਾ ਹੋਈ ਸਥਿਤੀ ਦੇ ਪ੍ਰਤੀਕਰਮ ਦੇ ਵਿੱਚੋਂ ਕਹਾਣੀ ਹੈ ਜਿਹੜੀ ਉਹ ਸਾਹਿਤ ਰੂਪ ਵਿਧਾ ਆਧੁਨਿਕ ਕਹਾਣੀ ਦੀ ਮੈਂ ਗੱਲ ਕਰ ਰਿਹਾ, ਉਹ ਕਿਵੇਂ ਪੈਦਾ ਹੁੰਦੀ ਹੈ। ਪਹਿਲਾਂ ਤੋਂ ਹੀ ਹਾਲਾਂਕਿ ਕਹਾਣੀਆਂ ਜਿਵੇਂ ਆਪਾਂ ਵੀ ਕਹਾਣੀਆਂ ਤਾਂ ਪਹਿਲਾਂ ਤੋਂ ਹੀ ਜਿਵੇਂ ਸਾਖੀਆਂ ਦੇ ਰੂਪ ਦੇ ਵਿੱਚ ਕਹਾਣੀਆਂ ਵੀ ਚੱਲਦੀਆਂ ਰਹੀਆਂ, ਹੈ ਨਾ। ਵੀ ਸਾਖੀਆਂ ਨੂੰ ਵੀ ਕਈ ਵਿਦਵਾਨਾਂ ਨੇ ਮੰਨਿਆ ਵੀ ਇਹ ਵੀ ਤਾਂ ਇੱਕ ਤਰ੍ਹਾਂ ਦੀਆਂ ਕਹਾਣੀਆਂ ਹੀ ਆ। ਗੁਰੂ ਨਾਨਕ ਦੇਵ ਜੀ ਸੰਬੰਧੀ ਜਿਹੜੀਆਂ ਸਾਖੀਆਂ ਹੈ ਨਾ, ਜਿਵੇਂ ਪੁਰਾਤਨ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਤਾਂ ਇਹ ਹੈ ਜਿਹੜੀਆਂ ਉਸ ਤੋਂ ਜਿਵੇਂ ਕੁਝ ਸੋਢੀ ਮਿਹਰਬਾਨ ਦੀਆਂ ਸਾਖੀਆਂ। ਤੁਸੀਂ ਹੁਣ 11ਵੀਂ ਦੇ ਵਿੱਚ ਬੁੱਕ ਦੇ ਵਿੱਚ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਪੜ੍ਹਨੀਆਂ। ਵਾਰਤਕ ਦੇ ਵਿੱਚ ਜੋ ਵੀ ਪੋਰਸ਼ਨ ਦਿੱਤਾ ਹੋਇਆ ਜਿੰਨਾ ਵੀ, ਉਹ ਸਾਰਾ ਤੁਸੀਂ ਕਲੀਅਰ ਕਰਨਾ ਹੈ। ਅਗਲੇ ਦੇਖੋ, ਹੁਣ ਦੇਖੋ ਗੱਲ ਕੀ ਆ। ਪੁਰਾਤਨ ਕਹਾਣੀ ਦੇ ਵਿੱਚ ਕੀ ਹੁੰਦਾ ਸੀਗਾ। ਵਿਸਥਾਰ ਵਿਧੀ, ਪੂਰੇ ਵਿਸਥਾਰ ਦੇ ਨਾਲ ਲਿਖਿਆ ਜਾਂਦਾ ਸੀਗਾ। ਕੋਈ ਕੁਝ ਪਤਾ ਨਹੀਂ ਵੀ ਕਹਾਣੀ ਦੀ ਜਿਹੜੀ ਰੂਪ ਰੇਖਾ ਰਚਨਾ ਕਿਵੇਂ ਦੀ ਹੋਣੀ ਚਾਹੀਦੀ ਹੈ, ਕੋਈ ਧਿਆਨ ਨਹੀਂ। ਤਾਂ ਉਹ ਪੂਰਾ ਦਾ ਪੂਰਾ ਸਾਰਾ ਵਿਸਥਾਰਮਈ ਵਰਣਨ ਹੁੰਦਾ ਸੀਗਾ ਹਰ ਗੱਲ ਦਾ। ਪਰ ਕਹਾਣੀ ਦੇ ਵਿੱਚ ਕੀ ਹੁੰਦਾ, ਆਧੁਨਿਕ ਕਹਾਣੀ ਹੈ ਜਿਹੜੀ ਉਹ ਰਮਜ਼ ਭਰਪੂਰ ਹੈ, ਉਹ ਰਹੱਸਿਆਮਈ ਹੈ। ਇੱਕ ਰਮਜ਼ ਹੈ ਜਿਹਦੇ ਵਿੱਚ ਤਾਂ ਵੈਸੇ ਸੰਕੇਤਾਂ ਦੇ ਦੁਆਰਾ ਜਿਹਦੇ ਵਿੱਚ ਗੱਲ ਕੀਤੀ ਜਾਂਦੀ ਹੈ। ਵਿਸਥਾਰ ਵਾਸਤੇ ਗੱਲ ਨੂੰ ਸਿੱਧੇ ਰੂਪ ਵਿੱਚ ਕੀਤਾ ਜਾਂਦਾ ਹੈ, ਅਤੇ ਪਰ ਜੇ ਆਪਾਂ ਰਮਜ਼ ਭਰਪੂਰ ਕਹਾਣੀ ਲਿਖਣੀ ਆ, ਉਹਦੇ ਵਾਸਤੇ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਆ। ਇਹ ਸ਼ਬਦਾਵਲੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ। ਮਨੋਰਥ ਕੀ ਸੀਗਾ, ਉਦੇਸ਼ ਕੀ ਸੀਗਾ ਇਸ ਚੀਜ਼ ਦਾ। ਪੁਰਾਤਨ ਕਹਾਣੀਆਂ ਦਾ ਉਦੇਸ਼ ਕੀ ਸੀਗਾ, ਮਨੋਰਥ ਕੀ ਸੀਗਾ, ਵੀ ਕਿਸੇ ਧਾਰਮਿਕ ਜਾਂ ਨੈਤਿਕ ਮਸਲੇ ਸੰਬੰਧੀ ਕੋਈ ਉਪਦੇਸ਼ ਦੇਣਾ। ਕਿਉਂਕਿ ਪੁਰਾਤਨ ਕਹਾਣੀਆਂ ਜਿੰਨੀਆਂ ਵੀ ਸੀਗੀਆਂ ਨਾ, ਉਹ ਉਪਦੇਸ਼ਾਤਮਕ ਸੀਗੀਆਂ। ਉਹਦੇ ਵਿੱਚ ਸੀ ਵੀ ਮਨੁੱਖ ਦਾ ਜੀਵਨ ਅੰਤ ਦੇ ਵਿੱਚ ਇੱਕ ਉਪਦੇਸ਼ ਹੋ ਜਾਣਾ, ਜਾਂ ਵਿੱਚ ਕਿਤੇ ਵੀ ਕਹਾਣੀ ਦੇ ਵਿੱਚ ਇੱਕ ਉਪਦੇਸ਼ ਦਿੱਤਾ ਜਾਣਾ ਵੀ ਮਨੁੱਖ ਦਾ ਜੀਵਨ ਐਵੇਂ ਦਾ ਹੋਣਾ ਚਾਹੀਦਾ। ਮਨੁੱਖ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਸਾਦਾ ਜੀਵਨ ਜੀਣਾ ਚਾਹੀਦਾ, ਇਸ ਤਰ੍ਹਾਂ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਪਹਿਲਾਂ ਜਿਹੜੀਆਂ ਕਹਾਣੀਆਂ ਸੀਗੀਆਂ ਉਹ ਸਿਰਫ ਧਾਰਮਿਕ ਜਾਂ ਨੈਤਿਕ ਮਸਲੇ ਦੇ ਨਾਲ ਸੰਬੰਧਿਤ ਉਪਦੇਸ਼ ਜਾਂ ਸਿੱਖਿਆ ਦੇਣ ਵਾਸਤੇ ਹੁੰਦੀ ਸੀ। ਵਿਸਥਾਰ ਵਿਆਖਿਆ ਵਿਧੀ ਦੀ ਵਰਤੋਂ ਹੁੰਦੀ ਸੀ ਪੁਰਾਤਨ ਕਹਾਣੀਆਂ ਦੇ ਵਿੱਚ। ਵਿਸਥਾਰ ਅਤੇ ਵਿਆਖਿਆ ਵਿਧੀ, ਹਾਲਾਂਕਿ ਆਧੁਨਿਕ ਦੇ ਵਿੱਚ ਵੀ ਕਿਤੇ ਕਿਤੇ ਵਿਆਖਿਆ ਵਿਧੀ ਚੱਲ ਜਾਂਦੀ ਹੈ, ਪਰ ਇੰਨੀ ਨਹੀਂ ਚੱਲਦੀ। ਹੁਣ ਆਪਾਂ ਦੇਖੋ ਤੁਸੀਂ ਆਧੁਨਿਕ ਕਹਾਣੀ ਦੇ ਵਿੱਚ ਕੀ ਹੈ, ਦੋਨਾਂ ਦੇ ਵਿੱਚ ਹੀ ਮੈਂ ਲਿਖਤੀਆਂ। ਪੁਰਾਤਨ ਕਹਾਣੀ ਦਾ ਕੀ ਮਤਲਬ ਹੈ, ਕਿਵੇਂ ਦੀ ਹੈ, ਆਧੁਨਿਕ ਕਹਾਣੀ ਦਾ ਕੀ ਹੈ। ਹੁਣ ਆਧੁਨਿਕ ਕਹਾਣੀ ਦੇ ਵਿੱਚ ਕੀ ਹੈ, ਕਿਹੜੀ ਰੂਪ ਰੇਖਾ ਹੈ। ਸੰਕੇਤਕ ਜਾਂ ਪ੍ਰਤੀਕਾਤਮਕ ਵਿਧੀ,
ਇੱਥੇ ਤਾਂ ਪੁਰਾਤਨ ਕਹਾਣੀ ਦੇ ਵਿੱਚ ਵਿਸਤਾਰ ਜਾਂ ਵਿਆਖਿਆ ਵਿਧੀ ਹੈ, ਪਰ ਕੀ ਹੈ ਜਿਹੜੀ ਆਧੁਨਿਕ ਕਹਾਣੀ ਉਹਦੇ ਵਿੱਚ ਸੰਕੇਤਾਤਮਕ ਸੰਕੇਤਾਂ ਦੇ ਨਾਲ ਗੱਲ ਕੀਤੀ ਜਾਂਦੀ ਹੈ। ਰਮਜ਼ ਭਰਪੂਰ ਹੈ ਕਹਾਣੀ, ਰਹੱਸ ਭਰਪੂਰ ਕਹਾਣੀ ਹੈ, ਜਿਹਦੇ ਵਿੱਚ ਰਮਜ਼ ਛੁਪੇ ਹੋਏ ਨੇ ਕੁਝ, ਅਤੇ ਉਹਨਾਂ ਦੇ ਵਿੱਚ ਮੰਨ ਲਓ ਝਟਪਟ ਕਹਾਣੀ ਦਾ ਆਰੰਭ ਹੋਣਾ ਤਾਂ ਇੱਕ ਦਾ ਮਤਲਬ ਉਸ ਕਹਾਣੀ ਨੂੰ ਇਸ ਜਗ੍ਹਾ 'ਤੇ ਲਿਜਾ ਕੇ ਖੜਾ ਉਸ ਮਤਲਬ ਕਿ ਸਮਾਪਤ ਕਰਨਾ, ਉਸ ਕਹਾਣੀ ਦਾ ਇਸ ਜਗ੍ਹਾ 'ਤੇ ਲਿਜਾ ਕੇ ਉਸ ਸਥਿਤੀ ਨੂੰ ਖੜਾ ਕਰ ਦੇਣਾ ਸਾਡੇ ਸਾਹਮਣੇ, ਵੀ ਸਾਡੇ ਮਨ ਦੇ ਵਿੱਚ ਉਹ ਚੱਲਦਾ ਰਹੂਗਾ ਸਿਸਟਮ ਕਿ ਇਹ ਵੀ ਹੋ ਗਿਆ, ਵੀ ਐਵੇਂ ਹੀ ਹੋ ਸਕਦਾ ਵੀ ਆਪਾਂ ਹੈਰਾਨ ਹੋ ਜਾਂਦੇ ਹਾਂ। ਹਾਲਾਂਕਿ ਕਹਾਣੀ ਦੇ ਵਿੱਚ ਹੁੰਦਾ ਕੀ ਹੈ ਵੀ ਜੀਵਨ ਦੇ ਇੱਕ ਹਿੱਸੇ ਨੂੰ ਹੀ ਪ੍ਰਗਟਾਇਆ ਹੁੰਦਾ, ਜੀਵਨ ਦੀ ਕੋਈ ਘਟਨਾ ਨੂੰ ਹੀ ਪ੍ਰਗਟਾਇਆ ਹੁੰਦਾ। ਅੱਗੇ ਦੇਖਦੇ ਹਾਂ, ਜ਼ਿੰਦਗੀ ਦੇ ਮਸਲੇ ਸੰਬੰਧੀ ਨਵੇਂ ਪ੍ਰਸ਼ਨ ਆਹ ਪ੍ਰਸ਼ਨ ਨਹੀਂ ਰਹਿ ਗਏ, ਧਾਰਮਿਕ ਜਾਂ ਨੈਤਿਕ ਪ੍ਰਸ਼ਨ ਨਹੀਂ ਗਏ ਆਧੁਨਿਕ ਕਹਾਣੀ ਦੇ ਵਿੱਚ, ਕਿਤੇ ਵੀ ਉਪਦੇਸ਼ ਨਹੀਂ ਗਾ, ਕਿਉਂਕਿ ਹੁਣ ਬੰਦੇ ਦੀਆਂ ਸਮੱਸਿਆਵਾਂ ਹੋਰ ਆ, ਸਰੀਰਕ ਸਮੱਸਿਆਵਾਂ, ਮਾਨਸਿਕ ਸਮੱਸਿਆਵਾਂ। ਅੱਜ ਦਾ ਬੰਦਾ ਕੀ ਹੈ, ਮਾਨਸਿਕ ਸੰਤਾਪ, ਮਾਨਸਿਕ ਦੁੱਖ ਜ਼ਿਆਦਾ ਭੁਗਤ ਰਿਹਾ ਹੈ। ਹੁਣ ਦੇ ਬੰਦੇ ਦੇ ਉੱਪਰ ਮਾਨਸਿਕ ਡਿਪਰੈਸ਼ਨ ਜ਼ਿਆਦਾ ਹੈ। ਤੁਹਾਡੇ ਦੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਵੀ ਐਵੇਂ ਦੇ ਹੋਣਗੇ ਜਿਹੜੇ ਕੀ ਹੈ ਕਿ ਆਪਣੀ ਮਾਨਸਿਕਤਾ ਨੂੰ ਇਸ ਤਰ੍ਹਾਂ ਉਹਨਾਂ ਨੇ ਕਰ ਰੱਖਿਆ ਕਿ ਉਹਨਾਂ ਦੇ ਉੱਪਰ ਇਸ ਤਰ੍ਹਾਂ ਲੱਗਦਾ ਵੀ ਇਹ ਵਿਦਿਆਰਥੀ ਵਿਚਾਰਾ ਡਿਪਰੈਸ਼ਨ ਦੇ ਵਿੱਚ ਜਾਈ ਜਾਂਦਾ। ਤਾਂ ਇਹ ਕਾਰਨ ਕੀ ਹੈ? ਕਾਰਨ ਤੁਹਾਡਾ ਇਹਦੇ ਵਿੱਚ ਦੋਸ਼ ਨਹੀਂ ਹੈ, ਕਾਰਨ ਹੈ ਬਾਹਰਲੀ ਸਥਿਤੀ ਜੋ ਸਾਡੇ ਉੱਪਰ ਥੋਪੀ ਗਈ ਹੈ। ਇੱਕ ਸਮਾਜ ਦੇ ਵਿੱਚ ਸਥਿਤੀ ਬਣਾਈ ਗਈ ਹੈ ਵੀ ਜੇ ਉਸ ਹੀ ਬੰਦੇ ਨੂੰ ਮਤਲਬ ਕੀ ਹੈ ਵੀ ਮੰਨਿਆ ਜਾਂਦਾ ਆਪਣੇ ਦੇਸ਼ ਦੇ ਵਿੱਚ। ਤੁਸੀਂ ਦੇਖ ਲਿਓ, ਮੰਨ ਲਓ ਕੋਈ ਪ੍ਰਾਈਵੇਟ ਨੌਕਰੀ 'ਤੇ ਹੈ ਜਾਂ ਕੋਈ ਪ੍ਰਾਈਵੇਟ ਆਪਣਾ ਬਿਜ਼ਨਸ ਕਰ ਰਿਹਾ, ਉਸ ਬੰਦੇ ਨੂੰ ਇੰਨੀ ਤਵੱਜੋ ਨਹੀਂ ਦਿੱਤੀ ਜਾਂਦੀ ਵੀ ਜਿੰਨਾ ਸਰਕਾਰੀ ਬੰਦੇ ਨੂੰ, ਸਰਕਾਰੀ ਮੁਲਾਜ਼ਮ ਨੂੰ ਦਿੱਤੀ ਜਾਂਦੀ ਹੈ। ਐਵੇਂ ਤੁਸੀਂ ਦੇਖਿਆ ਹੋਣਾ ਸਰਕਾਰੀ ਬੰਦੇ 'ਤੇ ਮੀਮਸ ਬਹੁਤ ਬਣਦੇ ਆ, ਹੈ ਨਾ, ਵੀ ਉਹ ਸਰਕਾਰੀ ਵਿਖਾਉਂਦੇ ਆ ਕਾਲੇ ਜਿਹੇ ਰੰਗ ਦਾ, ਅਤੇ ਉਹਦੇ ਘਰ ਵਾਲੀ ਜਿਹੜੀ ਉਹ ਗੋਰੇ ਰੰਗ ਦੀ, ਥੱਲੇ ਲਿਖਿਆ ਹੁੰਦਾ ਵੀ ਬਾਈ ਕੀ ਸਰਕਾਰੀ ਨੌਕਰੀ ਲੱਗੀ ਹੋਈ ਹੈ। ਤਾਂ ਇਹ ਹੈ ਜਿਹੜਾ ਇਹ ਸਥਿਤੀ ਹੈ ਜਿਹੜੀ ਇਹ ਮਾਨਸਿਕ ਸਥਿਤੀ ਹੋ ਗਈ ਨਾ ਸਾਡੀ, ਉਹ ਫਿਰ ਉਸ ਚੀਜ਼ ਦਾ ਪ੍ਰਭਾਵ ਹੈ ਸਾਡੇ ਉੱਪਰ। ਵਾਤਾਵਰਣ, ਆਸੇ ਪਾਸੇ ਦਾ ਵਾਤਾਵਰਣ ਦਾ ਪ੍ਰਭਾਵ ਹੁੰਦਾ, ਤਾਂ ਉਹ ਵਾਤਾਵਰਣ ਹੀ ਐਵੇਂ ਦਾ ਸਿਰਜ ਦਿੱਤਾ ਗਿਆ ਵੀ ਸਰਕਾਰੀ ਨੌਕਰੀ ਲੱਗਣਾ ਹੀ ਲੱਗਣਾ ਹੈ। ਇਸ ਸਥਿਤੀ ਦੇ ਵਿੱਚ ਕੀ ਹੁੰਦਾ, ਹੁਣ ਤੁਹਾਡੀ ਸਮੱਸਿਆ ਹੋਰ ਹੈ। ਤੁਹਾਡੀ ਸਮੱਸਿਆ ਜਿਹੜੀ ਉਹ ਪੁਰਾਤਨ ਜਾਂ ਮੱਧਕਾਲ ਦਾ ਕੋਈ ਬੰਦਾ ਉਹਦੇ ਨਾਲ ਮੇਲ ਨਹੀਂ ਖਾਊਗੀ, ਅਤੇ ਵਰਤਮਾਨ ਬੰਦੇ ਦੀ ਜਿਹੜੀ ਸਮੱਸਿਆ ਉਹਨਾਂ ਨਾਲ ਮੇਲ ਨਹੀਂ ਖਾਂਦੀ, ਉਹਨਾਂ ਦੀ ਸਮੱਸਿਆ ਆਪਣੇ ਨਾਲ ਮੇਲ ਨਹੀਂ ਖਾਂਦੀ ਸੀ। ਕਿਉਂਕਿ ਉਦੋਂ ਜਿਹੜੀਆਂ ਇਹ ਮੰਨ ਲਓ ਜਿਵੇਂ ਸਰੀਰਕ ਸੰਬੰਧੀ ਕੋਈ ਮੰਨ ਲਓ ਭਾਵਨਾਵਾਂ ਬੰਦੇ ਦੀਆਂ, ਕਹਿਣ ਦਾ ਮਤਲਬ ਕੀ ਹੈ ਕਿ ਜਿਹੜੀਆਂ ਆਪਾਂ ਮਨੋਵਿਸ਼ਲੇਸ਼ਣ, ਆਪਾਂ ਸਿਗਮੰਡ ਫਰਾਇਡ ਜਿਹੜੀ ਗੱਲ ਕਰਦਾ ਮੈਂ ਉਹਦੀ ਗੱਲ ਕਰ ਰਿਹਾ। ਉਹ ਜਿਹੜੀਆਂ ਭਾਵਨਾਵਾਂ ਉਹ ਉਹਨਾਂ ਸਮਿਆਂ ਦੇ ਵਿੱਚ ਬੰਦੇ ਦੇ ਉੱਪਰ ਨੈਤਿਕਤਾ ਥੋਪੀ ਜਾਂਦੀ ਸੀ ਵੀ ਨੈਤਿਕਤਾ ਦੇ ਵਿੱਚ ਰਹਿਣਾ, ਸਾਦਾ ਜੀਵਨ, ਉੱਚ ਵਿਚਾਰ ਦੇ ਵਿੱਚ ਰਹਿਣਾ। ਪਰ ਅੱਜ ਦਾ ਮਨੁੱਖ ਹੈ ਜਿਹੜਾ ਉਹ ਅੱਜ ਦਾ ਮਨੁੱਖ ਨਹੀਂ, ਮਨੁੱਖ ਦਾ ਮਤਲਬ ਹੈ ਵੀ ਬੰਦਾ ਅਤੇ ਬੁੜੀ, ਔਰਤ ਅਤੇ ਮਰਦ ਦੋਨਾਂ ਦੀ ਸਥਿਤੀ ਮੈਂ ਜ਼ਾਹਰ ਕਰ ਰਿਹਾ ਵੀ ਉਹਨਾਂ ਦੋਨਾਂ ਦਾ ਮਤਲਬ ਕੀ ਹੈ ਵੀ ਹੁਣ ਉਹ ਦੋਨੋਂ ਹੀ ਉਹ ਸੰਤਾਪ ਨੂੰ ਭੋਗਦੇ ਆ। ਵੀ ਜਿਹੜਾ ਸੰਤਾਪ ਜਿਹੜਾ ਉਹ ਮਨੋਵਿਸ਼ਲੇਸ਼ਣ ਵਾਲਾ, ਸਿਗਮੰਡ ਫਰਾਇਡ ਵਾਲਾ ਉਹ ਚੀਜ਼ ਹੈ ਜਿਹੜੀ ਉਹ ਸੰਤਾਪ ਨੂੰ ਲੈ ਕੇ, ਉਸ ਮਾਨਸਿਕ ਸਥਿਤੀ ਨੂੰ ਲੈ ਕੇ ਕਹਾਣੀਆਂ ਹੁਣ ਰਚੀਆਂ ਜਾਂਦੀਆਂ ਅੱਜ ਦੇ ਟਾਈਮ ਵਿੱਚ। ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨਾ ਬੇਟਾ ਜੀ, ਇਹ ਚੁਣ ਕੇ ਲਿਖੀਆਂ ਹੋਈਆਂ, ਚੁਣ ਕੇ ਸਿਲੈਕਟ ਕਰਕੇ ਇਹਨਾਂ ਨੂੰ ਯਾਦ ਰੱਖਣਾ ਤੁਸੀਂ। ਡਾਇਰੈਕਟ ਪ੍ਰਸ਼ਨ ਸਿੱਧੇ ਆ ਸਕਦੇ ਆ ਇਹਨਾਂ ਦੇ ਵਿੱਚੋਂ, ਆ ਪ੍ਰਸ਼ਨ ਹੀ ਪ੍ਰਸ਼ਨ ਪਏ ਆ ਇਹਦੇ ਵਿੱਚ। ਸਧਾਰਨ ਮਨੁੱਖ ਦੀਆਂ ਆਧੁਨਿਕ ਕਠੋਰ ਪਰਿਸਥਿਤੀਆਂ ਵਿੱਚੋਂ ਪੈਦਾ ਹੋਈਆਂ ਮਾਨਵੀ ਸਮੱਸਿਆਵਾਂ ਨੂੰ ਪੇਸ਼ ਕਰਦੀ ਹੈ। ਆਧੁਨਿਕ ਕਹਾਣੀ ਹੈ ਜਿਹੜੀ ਉਹ ਸਧਾਰਨ ਮਨੁੱਖ ਨੂੰ ਪ੍ਰਗਟ ਕਰਦੀ ਹੈ। ਪੁਰਾਤਨ ਜਨਮ ਸਾਖੀਆਂ ਸਧਾਰਨ ਮਨੁੱਖ ਨੂੰ ਪ੍ਰਗਟ ਨਹੀਂ ਕਰ ਰਹੀਆਂ। ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਜੀ, ਇਹ ਸਾਡੀਆਂ ਮਹਾਨ ਸ਼ਖਸੀਅਤਾਂ ਨੂੰ ਪ੍ਰਗਟ ਕਰਨ ਵਾਲੀਆਂ ਨੇ। ਪਹਿਲਾਂ ਵਾਲੀਆਂ ਜਿਹੜੀਆਂ ਕੋਈ ਸਾਖੀਆਂ ਦੇ ਰੂਪ ਵਿੱਚ ਕਹਾਣੀਆਂ ਲਿਖੀਆਂ ਜਾ ਰਹੀਆਂ ਸੀ, ਪਰ ਅੱਜ ਦੀ ਕਹਾਣੀ ਹੈ ਜਿਹੜੀ ਉਹ ਕਿਸੇ ਰਾਜੇ ਮਹਾਰਾਜੇ 'ਤੇ ਨਹੀਂ ਲਿਖੀ ਜਾਂਦੀ। ਸਧਾਰਨ ਮਨੁੱਖ ਜਿਹੜਾ ਉਹਦੀਆਂ ਸਮੱਸਿਆਵਾਂ ਜਿਹੜੀਆਂ ਉਹਦੇ ਆਸੇ-ਪਾਸੇ ਵਾਲਾ ਜਿਹੜਾ ਕਠੋਰ ਜੀਵਨ ਹੈ, ਉਸ ਕਠੋਰ ਜੀਵਨ ਦੇ ਵਿੱਚੋਂ ਉਪਜੀਆਂ ਮਾਨਸਿਕ ਸਥਿਤੀਆਂ, ਮਾਨਸਿਕ ਸਮੱਸਿਆਵਾਂ ਨੂੰ ਜ਼ਾਹਰ ਕਰਦੀ ਹੈ ਅੱਜ ਦੀ ਕਹਾਣੀ, ਆਧੁਨਿਕ ਕਹਾਣੀ। ਅੱਗੇ ਕੀ ਹੈ, ਵਿਅੰਗ ਮਹੱਤਵਪੂਰਨ ਤੱਤ ਹੈ। ਪਹਿਲਾਂ ਵਿਅੰਗ ਨਹੀਂ ਸੀ ਹੁੰਦਾ, ਵਿਅੰਗ ਨਾਲ, ਕਟਾਕਸ਼ ਦੇ ਨਾਲ ਗੱਲ ਕਰਨੀ, ਕੋਈ ਮਤਲਬ ਕੀ ਹੈ ਵੀ ਹਾਸੋਹੀਣੀ ਦੀ ਸਥਿਤੀ ਪੈਦਾ ਕਰਕੇ ਸੀਰੀਅਸ ਮੁੱਦੇ ਨੂੰ ਉਠਾਉਣਾ, ਇਹਨੂੰ ਕਿਹਾ ਜਾਂਦਾ ਵਿਅੰਗ। ਹਾਂਜੀ, ਅੱਗੇ ਦੇਖਦੇ ਹਾਂ, ਬਹੁ ਪ੍ਰਤੀ ਹੈ, ਬਹੁ ਪਸਾਰੀ ਨਹੀਂ। ਅਗਰ ਪ੍ਰਸ਼ਨ ਆ ਜੇ ਵੀ ਕਹਾਣੀ ਹੈ ਜਿਹੜੀ ਕਿ ਬਹੁ ਪਸਾਰੀ ਹੁੰਦੀ ਹੈ, ਕਿ ਇਹਦੇ ਬਹੁਤ ਸਾਰੇ ਪਸਾਰ ਹੁੰਦੇ ਆ। ਦੇਖੋ, ਨਾਵਲ ਬਹੁ ਪਸਾਰੀ ਹੋ ਸਕਦਾ ਹੈ, ਪਰ ਕਹਾਣੀ ਹੈ ਜਿਹੜੀ ਇਹ ਬਹੁ ਪਾਸਾਰੀ ਨਹੀਂ ਹੁੰਦੀ, ਬਹੁਤ ਜਗ੍ਹਾ 'ਤੇ ਪਾਸਾਰ ਨਹੀਂ ਹੁੰਦਾ। ਜੀਵਨ ਦੇ ਕੇਵਲ ਇੱਕ ਕਸ਼ਣ ਨੂੰ, ਇੱਕ ਖਿਣ ਨੂੰ ਪ੍ਰਗਟ ਕਰ ਸਕਦੀ ਹੈ ਉਹ ਕਹਾਣੀ ਹੈ ਜਿਹੜੀ, ਪੂਰੇ ਜੀਵਨ ਨੂੰ ਨਹੀਂ। ਬਹੁ ਪਾਸਾਰੀ ਨਹੀਂ ਹੈ,
ਜੀਵਨ ਦੇ ਬਹੁਤ ਸਾਰੀਆਂ ਸਥਿਤੀਆਂ ਹੁੰਦੀਆਂ ਹਨ। ਆਪਾਂ ਗੱਲ ਕੀਤੀ ਸੀ ਨਾ, ਬੰਦਿਆਂ ਤੇਰੀਆਂ 10 ਦਈਆਂ ਇੱਕੋ ਗਈ ਵਿਆਹ 9 ਕਿੱਧਰ ਗਈਆਂ, ਜਦੋਂ ਆਪਾਂ ਗੁਰਦਿਆਲ ਸਿੰਘ ਦੇ ਨਾਵਲ ਦੀ ਗੱਲ ਕਰ ਰਹੇ ਸੀ। ਮਤਲਬ ਕੀ ਹੈ ਕਿ ਬੰਦੇ ਦੇ 10 ਪਸਾਰ ਤਾਂ ਸਿੱਧਾ ਹੀ ਦੱਸੇ ਗਏ ਉਸ ਅਖਾਣ ਦੇ ਅਨੁਸਾਰ, ਵੀ 10 ਬੰਦਾ 10 ਜੂਨੀਆਂ ਜਿਹੜੀਆਂ ਉਹ ਬਦਲਦਾ ਹੈ, ਕਹਿਣ ਦਾ ਮਤਲਬ। ਹੁਣ ਇਹਦੇ ਵਿੱਚ ਕੀ ਹੈ, ਬਹੁ ਪਰਤੀ ਹੈ, ਬਹੁਤ ਸਾਰੀਆਂ ਪਰਤਾਂ ਹੈ। ਉਹ ਪਰਤਾਂ ਰਮਜ਼ ਭਰਪੂਰ ਹੈ। ਇੱਕ ਪਰਤ ਨੂੰ ਚੱਕੋਗੇ ਰਮਜ਼ ਹੈ, ਅੱਗੇ ਫਿਰ ਇੱਕ ਪਰਤ ਹੈ, ਐਸੇ ਬਹੁ ਪਰਤੀ ਹੈ, ਕਿਉਂਕਿ ਜੀਵਨ ਵੀ ਬਹੁ ਪਰਤੀ ਹੋ ਗਿਆ। ਬਹੁ ਪਰਤੀ ਜੀਵਨ ਦੀਆਂ ਸਾਡੇ ਦੀਆਂ ਬਹੁਤ ਸਾਰੀਆਂ ਪਰਤਾਂ ਨੇ। ਇੱਕੋ ਸਥਿਤੀ ਦੇ ਵਿੱਚ ਮਨੁੱਖ ਸ਼ਾਂਤ ਹੁੰਦਾ, ਅਗਲੇ ਪਲ ਉਹ ਕ੍ਰੋਧੀ ਵੀ ਹੁੰਦਾ, ਬਹੁਤ ਪਰਤਾਂ ਹੋ ਗਈਆਂ। ਇੱਕੋ ਸਥਿਤੀ ਦੇ ਵਿੱਚ ਬੰਦਾ ਕੀ ਹੈ ਵੀ ਆਪਣਾ ਕਹਿ ਰਿਹਾ ਕਿ ਮੈਨੂੰ ਭੁੱਖ ਨਹੀਂ ਲੱਗੀ, ਦੂਜੀ ਸਥਿਤੀ ਦੇ ਵਿੱਚ ਕਹਿੰਦਾ ਵੀ ਲੈ ਆਓ ਜੋ ਬਣਿਆ। ਤਾਂ ਇਹ ਸਥਿਤੀ ਹੈ ਜਿਹੜੀ ਇਹਨੂੰ ਕਿਹਾ ਜਾਂਦਾ ਬਹੁ ਪਰਤੀ। ਹਾਂ, ਦੁਬਿਧਾਵਾਂ ਅਤੇ ਸਮੱਸਿਆਵਾਂ ਦੇ ਇਕਹਿਰੇ ਪਾਸਾਰ ਨੂੰ ਹੀ ਪੇਸ਼ ਕਰਦੀ ਹੈ। ਮੰਨ ਲਓ ਮਨੁੱਖੀ ਜੀਵਨ ਦੇ ਵਿੱਚ ਕੋਈ ਦੁਬਿਧਾ ਆ ਗਈ, ਕੋਈ ਸਮੱਸਿਆ ਆ ਗਈ, ਉਸ ਦਾ ਕੇਵਲ ਇਕਹਿਰਾ ਹੀ ਪਾਸਾਰ ਇੱਕੋ ਹੀ ਪਾਸੇ ਨੂੰ ਪ੍ਰਗਟ ਕਰੇਗੀ, ਦੋ ਪਸਾਰ ਜਾਂ ਬਹੁ ਪਾਸਾਰ ਦੇ ਵਿੱਚ ਨਹੀਂ ਜਾਏਗੀ। ਅਗਲੀ ਗੱਲ, ਡਾਕਟਰ ਗੁਰਬਖਸ਼ ਸਿੰਘ ਫਰੈਂਕ, ਨਾਮ ਸੁਣਿਆ ਤੁਸੀਂ, ਪ੍ਰਸਿੱਧ ਆਲੋਚਕ ਹੈ, ਲੋਕਧਾਰਾ ਦੇ ਉੱਪਰ ਕਾਫੀ ਕੁਝ ਵਿਚਾਰ ਚਰਚਾ ਕੀਤੀ ਹੈ। ਪੰਜਾਬੀ ਕਹਾਣੀ ਦਾ ਆਰੰਭ ਨਿਰੋਲ ਪੱਛਮੀ ਪ੍ਰਭਾਵ ਦੇ ਅਧੀਨ ਹੋਇਆ। ਦੇਖੋ ਧਿਆਨ ਨਾਲ ਸੁਣਿਓ। ਅਤੇ ਇਸ ਦਾ ਮੁੱਢ ਸੁਜਾਨ ਸਿੰਘ ਅਤੇ ਸੰਤ ਸਿੰਘ ਸੇਖੋਂ ਦੇ ਨਾਲ ਵੱਜਾ। ਇਹ ਗੱਲ ਕੌਣ ਲਿਖਦਾ? ਡਾਕਟਰ ਗੁਰਬਖਸ਼ ਸਿੰਘ ਫਰੈਂਕ। ਡਾਕਟਰ ਗੁਰਬਖਸ਼ ਸਿੰਘ ਫਰੈਂਕ ਦੀਆਂ 2 ਗੱਲਾਂ ਤੁਸੀਂ ਚੇਤੇ ਰੱਖਣੀਆਂ ਜਿਹੜੀਆਂ ਲਿਖੀਆਂ ਹੋਈਆਂ। ਡਾਕਟਰ ਇਹ ਗੱਲ ਕਿਹਨੇ ਆਖੀ ਹੈ ਵੀ ਪੰਜਾਬੀ ਕਹਾਣੀ ਦਾ ਆਰੰਭ ਨਿਰੋਲ ਪੱਛਮੀ ਪ੍ਰਭਾਵ ਦੇ ਅਧੀਨ ਹੋਇਆ। ਜਿਹੜੀ ਆਧੁਨਿਕ ਪੰਜਾਬੀ ਕਹਾਣੀ ਲਿਖੀ ਜਾਂਦੀ ਆ ਉਹਦੇ ਉੱਪਰ ਮੱਧਕਾਲ ਦੀ ਕੋਈ ਸਾਖੀ ਜਾਂ ਆਦਿਕਾਲ ਦੇ ਵਿੱਚ ਕੋਈ ਮੰਨ ਲਓ ਵਾਰਤਕ ਲਿਖੀ ਜਾਂਦੀ ਸੀ, ਉਸ ਚੀਜ਼ ਦਾ ਕੋਈ ਪ੍ਰਭਾਵ ਨਹੀਂ ਹੈ। ਇਹ ਗੱਲ ਕਿਹਨੇ ਆਖੀ ਹੈ? ਡਾਕਟਰ ਗੁਰਬਖਸ਼ ਸਿੰਘ ਫਰੈਂਕ ਨੇ ਆਖੀ ਹੈ। ਅਗਲੀ ਗੱਲ, ਇਸ ਦਾ ਮੁੱਢ ਕਿਹਨੇ ਬੰਨਿਆ? ਸੁਜਾਨ ਸਿੰਘ ਤੇ ਸੰਤ ਸਿੰਘ ਸੇਖੋਂ। ਆਧੁਨਿਕ ਪੰਜਾਬੀ ਕਹਾਣੀ ਅੰਗਰੇਜ਼ੀ ਸੱਤਾ ਤੇ ਉਸ ਦੇ ਧਾਰਮਿਕ ਸੰਸਕ੍ਰਿਤ ਹਮਲੇ ਕਾਰਨ ਪੈਦਾ ਹੋਏ ਪ੍ਰਤੀਕਰਮਾਂ ਅਤੇ ਸਥਿਤੀਆਂ ਦੀ ਉਪਜ ਹੈ। ਕਿਉਂਕਿ ਤੁਹਾਨੂੰ ਪਤਾ ਹੈ ਆਧੁਨਿਕ ਪੰਜਾਬੀ ਕਹਾਣੀ ਜਦੋਂ ਪੈਦਾ ਹੁੰਦੀ ਹੈ, ਆਧੁਨਿਕ ਦੇ ਵਿੱਚ ਕੁਝ ਵੀ ਸਾਹਿਤਕ ਵਿਧਾ ਜਦੋਂ ਪੈਦਾ ਹੁੰਦੀ ਹੈ, ਨਾਵਲ ਲਾ ਲਓ, ਨਾਟਕ ਲਾ ਲਓ, ਕਹਾਣੀ ਲਾ ਲਓ, ਜਾਂ ਕੋਈ ਅੱਗੇ ਕੋਈ ਵਾਰਤਕ ਹੋਰ ਆਪਾਂ ਪੜ੍ਹਾਂਗੇ, ਉਹ ਨਿਬੰਧ ਵਗੈਰਾ ਹੈ ਨਾ, ਤਾਂ ਉਹਦਾ ਕਾਰਨ ਕੀ ਸੀਗਾ? ਉਹਦਾ ਕਾਰਨ ਸੀ ਅੰਗਰੇਜ਼ਾਂ ਦੀ ਸਾਹਿਤਕ ਵਿਧਾ। ਅੰਗਰੇਜ਼ਾਂ ਨੇ ਆ ਕੇ ਸਭ ਤੋਂ ਪਹਿਲਾਂ ਦੇਖਿਆ ਕਿ ਇਹ ਬੰਦੇ ਆ ਜਿਹੜੇ ਧਾਰਮਿਕਤਾ ਦੇ ਵਿੱਚ ਜ਼ਿਆਦਾ ਫਸੇ ਹੋਏ ਆ, ਤਾਂ ਕਿਉਂ ਨਾ ਇਹਨਾਂ ਨੂੰ ਇਸ ਤਰ੍ਹਾਂ ਦੇ ਲਾਲਚੀ ਤਾਂ ਆਪਣੇ ਜਿੰਨਾ ਕੋਈ ਵੀ ਨਹੀਂਗਾ। ਲਾਲਚ ਦੇ ਮਾਮਲੇ 'ਚ ਤਾਂ ਆਪਾਂ ਸਿਰਾ ਕਰਾ ਦਿੰਦੇ ਹਾਂ। ਲਾਲਚ ਦੇ ਮਾਮਲੇ 'ਚ ਤਾਂ ਆਪਾਂ ਕੀ ਕਰਦੇ ਹਾਂ, ਆਪਣੇ ਘਰਦਿਆਂ ਨਾਲ ਵੀ ਧੋਖਾ ਕਰ ਜਾਂਦੇ ਹਾਂ ਕਈ ਵਾਰੀ। ਲਾਲਚ ਤਾਂ ਸਾਡਾ ਇੰਨਾ ਮਤਲਬ ਸਿਰੇ ਚੜ੍ਹ ਜਾਂਦਾ ਕਈ ਵਾਰੀ। ਤਾਂ ਉਸ ਸਥਿਤੀ ਦੇ ਵਿੱਚ ਅੰਗਰੇਜ਼ਾਂ ਨੇ ਜਦੋਂ ਵੇਖਿਆ ਵੀ ਇਹ ਤਾਂ ਬੜੇ ਲਾਲਚੀ, ਉਹਨਾਂ ਨੇ ਲਾਲਚ ਦੇ ਕੇ ਆਪਣੇ ਧਰਮ ਦੇ ਵਿੱਚ ਅੱਜ ਵੀ ਹੋ ਰਿਹਾ, ਲਾਲਚ ਦੇ ਕੇ ਆਪਣੇ ਈਸਾਈ ਧਰਮ ਦੇ ਵਿੱਚ ਉਹਨਾਂ ਨੇ ਅਪਣਾਉਣਾ ਸ਼ੁਰੂ ਕਰਤਾ। ਦੂਸਰਾ, ਉਹਨਾਂ ਨੇ ਇੱਕ ਹੋਰ ਕੀ ਤਰੀਕਾ ਵਰਤਿਆ, ਸਾਹਿਤ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ। ਉਹਨਾਂ ਨੇ ਕੀ ਕੀਤਾ, ਲੋਕਾਂ ਤੱਕ ਆਪਣੀ ਪਹੁੰਚ ਬਣਾਉਣ ਵਾਸਤੇ ਬਹੁਤ ਸਾਰੀਆਂ ਸਾਹਿਤਕ ਵਿਧਾਵਾਂ ਉਹਨਾਂ ਨੇ ਰਚੀਆਂ, ਜਿਹਦੇ ਵਿੱਚੋਂ ਨਾਵਲ, ਨਾਟਕ, ਕਹਾਣੀ, ਇਹਨਾਂ ਦੇ ਰਾਹੀਂ ਉਹਨਾਂ ਨੇ ਕੀ ਕੀਤਾ, ਆਪਣੇ ਧਰਮ ਦਾ ਅਤੇ ਆਪਣੇ ਸੱਭਿਆਚਾਰ ਦਾ ਪ੍ਰਚਾਰ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ। ਹੁਣ ਸਾਡੇ ਲੋਕ ਸੀ ਜਿਹੜੇ ਪੰਜਾਬੀ ਸਾਹਿਤਕਾਰ ਸੀ, ਉਹਨਾਂ ਨੂੰ ਵੀ ਸੋਚਾਂ ਦੇ ਵਿੱਚ ਪੈ ਗਏ ਵੀ ਗਿਣਤੀ ਹੈ ਜਿਹੜੀ ਸਾਡੇ ਧਰਮ ਦੇ ਵਿੱਚ ਲੋਕਾਂ ਦੀ, ਉਹ ਦਿਨੋਂ ਦਿਨ ਘਟਦੀ ਜਾ ਰਹੀ ਹੈ। ਤਾਂ ਉਸ ਪ੍ਰਤੀਕਰਮ ਦੇ ਵਜੋਂ ਉਹਨਾਂ ਨੇ ਉਹਨਾਂ ਦੀ ਸਾਹਿਤਕ ਵਿਧਾ ਨੂੰ ਹੀ ਅਪਣਾ ਲਿਆ। ਸਾਡੀ ਬਿੱਲੀ ਸਾਨੂੰ ਮਿਆਉ, ਇਸ ਤਰ੍ਹਾਂ ਕੀਤਾ ਉਹਨਾਂ ਨੇ। ਕਹਿਣ ਦਾ ਮਤਲਬ ਮਜ਼ਾਕ ਨਾਲ ਮਜ਼ਾਕ ਰਹਿ ਗਿਆ ਵੀ ਇਹ ਹੈ ਜਿਹੜੀ ਉਹ ਸਥਿਤੀ ਮਤਲਬ ਅੰਗਰੇਜ਼ਾਂ ਨੇ ਐਸੀ ਪੈਦਾ ਕਰਤੀ ਵੀ ਸਾਡੇ ਜਿਹੜੇ ਪੰਜਾਬੀ ਸਾਹਿਤਕਾਰ ਸੀ ਉਹਨਾਂ ਨੂੰ ਉਸ ਚੀਜ਼ ਦਾ ਪ੍ਰਤੀਕਰਮ ਵਿਰੋਧ ਦੇ ਵਜੋਂ ਇਸ ਚੀਜ਼ ਨੂੰ ਅਪਣਾਉਣਾ ਪਿਆ। ਦ੍ਰਿਸ਼ਟੀਕੋਣ ਦੇ ਆਧਾਰ 'ਤੇ ਕਹਾਣੀ ਦੇ ਤੱਤ ਦੇਖੋ ਜੀ। 3 ਦੌਰ ਹੈ ਕਹਾਣੀ, 3 ਦੌਰ, 3 ਸਮਿਆਂ ਦੇ ਵਿੱਚੋਂ ਦੀ ਲੰਘਦੀ ਹੈ। 3 ਦੌਰ, 3 ਸਮੇਂ ਦ੍ਰਿਸ਼ਟੀਕੋਣ ਦੇ ਆਧਾਰ 'ਤੇ। ਆਪਣਾ ਆਪਣਾ ਦ੍ਰਿਸ਼ਟੀਕੋਣ ਹੈ ਜੀ, ਆਪਣਾ ਆਪਣਾ ਨਜ਼ਰੀਆ। ਪਹਿਲਾ ਦ੍ਰਿਸ਼ਟੀਕੋਣ, ਪਹਿਲਾ ਨਜ਼ਰੀਆ ਸੀ ਆਦਰਸ਼ਵਾਦੀ ਰੋਮਾਂਸਵਾਦੀ। ਇਹਦੇ ਵਿੱਚ ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਆ ਜਾਂਦਾ। ਗੁਰਬਖਸ਼ ਸਿੰਘ ਪ੍ਰੀਤਲੜੀ ਕਹਾਣੀਆਂ ਦੇ ਵਿੱਚ ਕਿਹੜਾ ਵਿਸ਼ੇ ਨੂੰ ਅਪਣਾਉਂਦਾ ਹੈ? ਆਦਰਸ਼ਵਾਦ ਅਤੇ ਰੋਮਾਂਸਵਾਦ। ਕਿਉਂਕਿ ਆਪਾਂ ਪੜ੍ਹਦੇ ਹਾਂ ਵੀ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਇੱਕ ਫਲਸਫਾ, ਇੱਕ ਜੀਵਨ ਫਲਸਫਾ ਕੀ ਸੀਗਾ? ਪਿਆਰ ਕਬਜ਼ਾ ਨਹੀਂ ਪਹਿਚਾਣ ਹੈ। ਪ੍ਰੀਤਲੜੀ ਮੈਗਜ਼ੀਨ ਵੀ ਕੱਢਦਾ। ਆਪਾਂ ਇਹ ਵੀ ਦੇਖਾਂਗੇ ਵੀ ਕਿਹੜੀਆਂ ਕਿਹੜੀਆਂ ਕਹਾਣੀਆਂ ਦੀ ਰਚਨਾ ਕਰਦਾ। ਇੱਕ ਕਹਾਣੀ ਇਹਦੀ ਹੈਗੀ ਆ ਪਹੁਤਾ ਪਾਂਦੀ, ਉਹ ਵੀ ਆਪਾਂ ਉਹਦੇ 'ਤੇ ਵੀ ਵਿਚਾਰ ਚਰਚਾ ਕਰਾਂਗੇ। 10ਵੀਂ ਵਾਲੀ ਬੁੱਕ ਦੇ ਵਿੱਚ ਦੇ ਰੱਖੀ ਹੈ। ਸਮਾਜਿਕ ਯਥਾਰਥ ਦੇ ਨਾਲ ਉਸ ਤੋਂ ਬਾਅਦ ਕੀ, ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਬਾਅਦ ਕਹਾਣੀ ਹੈ ਜਿਹੜੀ ਰੋਮਾਂਸਵਾਦੀ ਨਾ ਰਹਿ ਕੇ ਯਥਾਰਥਵਾਦ ਹੋ ਜਾਂਦੀ ਹੈ, ਆਦਰਸ਼ਵਾਦੀ ਨਾ ਰਹਿ ਕੇ ਸਮਾਜ ਦੇ ਨਾਲ ਜੁੜ ਜਾਂਦੀ ਹੈ। ਤਾਂ ਉਹ ਕੌਣ ਹੁੰਦੇ ਆ? ਸੁਜਾਨ ਸਿੰਘ ਤੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ। ਮਨੋਵਿਗਿਆਨਿਕ ਕਹਾਣੀਆਂ ਲਿਖਣ ਦੇ ਵਿੱਚ ਕਰਤਾਰ ਸਿੰਘ ਦੁੱਗਲ ਦੇ ਬਰਾਬਰ ਕੋਈ ਨਹੀਂ। ਕਰਤਾਰ ਸਿੰਘ ਦੁੱਗਲ ਦੀ ਆਪਾਂ ਪੂਰੀ ਸ਼ਾਨਦਾਰ ਗੱਲ ਕਰਾਂਗੇ, ਪੂਰਾ ਕਵਰ ਕਰਾਂਗੇ। ਲਓ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀ।
गुरबख्श सिंह प्रीतलड़ी प्रसिद्ध कहानीकार 1895 1977 मैं क्या चलो जन्म मृत्यु भी लिख ही दईए। कला का आरंभ निबंध रचना के नाल कीता सीगा गुरबख्श सिंह प्रीतलड़ी ने, ये तुसीं ध्यान दे विच रखना भी अपने साहित्य का आरंभ निबंध रचना के नाल कीता सी। आपां इत्थे पढ़ रहे हैं कहानी, निबंध दे विच भी मैनूं लगदा इहनूं पढ़ांगे आपां। हाँ जी, अगली गल वारतक जो आप पढ़ांगे 1933 दे विच प्रीतलड़ी नाम का रसाला भी कढ़िया, इसे करके ही तो नाम पिछे गुरबख्श सिंह प्रीतलड़ी कहा जाता है। प्रसिद्ध वार्तककार है, पत्रकार भी रहा होया, नावलकार भी, कहानीकार भी। गुरबख्श सिंह प्रीतलड़ी का एक नावल बड़ा प्रसिद्ध रहा अणविआही माँ, वो भी तुसीं कदे पढ़ना होया किते पढ़िओ जिंदगी दे विच। 1938 दे विच की करदा है अटारी बार्डर के नेड़े, अटारी बॉर्डर वेख्या तो की होना तुहाडे विच, हो सकता कोई गई भी होना ना अमृतसर जो आप जाने उदों अटारी बार्डर जिहड़ा आउंदा, अटारी बार्डर ते प्रीतनगर इन्हें वसाया सी एक गुरबख्श सिंह प्रीतलड़ी ने। आपां एक पढ़ांगे प्रसिद्ध नाटककार बलवंत गार्गी है जिहड़ा ओह नाटक लिखण दी प्रेरणा उन्होंने इस प्रीतनगर तो मिलती है। प्रीतनगर तो उस बंदे नूं नाटक लिखण दी प्रेरणा मिलती है। उदों फिर इस प्रीतनगर का जिक्र आऊगा 1938 के नेड़े वसाया गया सी। फिर उस तो बाद जो भारत पाकिस्तान की वंड हो गई 1947 दे विच तकरीबन 9 साल बाद, उस स्थिति दे विच की होया सीगा भी इस प्रीतनगर नूं छड्डना पिया सीगा। तो फिर कुछ क जिवें मान लो कोई दिल्ली दे विच आ गए, बहुत सारे नाटककार उन्होंने अपनी नाटक कंपनियां दिल्ली दे विच भी चलाइयां, अमृतसर दे विच भी कुछ केंद्र खोले गए। फिर सो वो आप गल करांगे नाटक जो आप पढ़ांगे। पहली कहानी सी प्रतिमा, पहली कहानी संग्रह वेख लो, प्रीत कहानियां 1938 दे विच इहदा कहानी संग्रह आया सीगा। नागप्रीत का जादू, प्रीत शब्द बहुत आउणगे, नागप्रीत का जादू 1940, अनोखे ते इकल्ले 1940, आसमानी महानदी भी 1940 दे विच ही इहदा कहानी संग्रह रचा गया। वीणा विनोद 1942 दे विच, प्रीतां दे पहरेदार 1946, भाभी मैना 1946, जिंदगी वारस है 1960, रंग सहक दा दिल 1970। ये अगे कुछ कहानियां जिहड़ियां इश्क जिन्ना दे हड्डी रचिया, आखिरी सबक, नवें खंड ते उसारी, ये कुछ होर दे कहानी संग्रह है, ये भी तुसीं याद रखने। कहानी संग्रह सारिਆਂ दे नाम तुसीं रट के रखने। अगली गल देखते हैं, हाँ जी, उदारवादी मानववादी आदर्श प्रीत फलसफा है। प्रीत फलसफे की तुहाडी मैं गल ही दसदा भी इहदी एक इसका एक सिद्धांत कहानियां दे विच वार वार झलकदा है। उहदा नाम की है कि प्यार कब्जा नहीं पहचान है। प्यार है जिहड़ा वो कब्जे नाल नहीं प्राप्त किया जा सकता, धक्का कोई नहीं ये विच, ये एक पहचान है अपने भी। मतलब उदारवादी दृष्टिकोण है, मानववादी कहानीकार है, आदर्श प्रीत है। मतलब की है कि यह गुरबख्श सिंह प्रीतलड़ी अपने कहानी के पात्रां के सुभाव नूं अपने अनुसार मोड़ लैंदा है। उन्होंने कहा जाता आदर्श प्रीत, आदर्श प्यार नूं दर्शाउण वास्ते वो की करता है, मतलब कि किसी मान लो किसी कोले बहुत सारा धन पैसा तो उस बंदे तो की करता है वो प्यार नूं प्यार का त्याग करते विखाउंदा है। मतलब की है प्यार के बदले प्यार का त्याग नहीं, अपनी कहानी के अंत विच जां किते भी किसी भी स्थिति दे विच वो की करता है। मान लो किसी इस तरह का कोई पात्र है जिहदे कोल बहुत सारा धन पैसा है, तो उसका पात्र की करता है भी प्यार के बदले वो धन पैसा जिहड़ा उसनूं कुर्बान कर दिंदा है। इहनूं कहा जाता आदर्श प्रीत। ये आदर्श प्रीत के विषय के नाल समाज देखो अजकल पैसा कोई नहीं छड्डदा, एवें कहण दीयां गल्लां प्यार प्यूर तां एवें रह गए, एवें तुहाडे कहण दीयां गल्लां सोच दईयां पर ये सारियां चीज़ां परदे ते ही रह गईयां, असल जिंदगी दे विच है नहीं गा। मान लो कोई ब्याह शादी भी है जां किसी नाल कोई मान लो कोई प्रेम इश्क जां कोई है तो उहदे मगर कोई मंशा छुपी हुई है, तो मान लो ब्याह शादी है उहदे विच भी एक मान लो वो एक तरह का एक अजकल उसनूं आपां कह दिंदे एक बॉन्ड रह गया भी वो एक समझौता किया होया जां किसी ने तो बेचारे ने माँ प्यो के दबाव के विच आके किया होया, किसी बेचारे ने तो किया होया भी सहुरे 10 लाख की गड्डी देणगे जां 12-13 लाख झोली दे विच पाउणगे, जां की है भी इन्नियां छापां जवाई नूं पा देणगे, इन्नियां फुੱਫੜ नूं पा देणगे। इस स्थिति दे विच एक समझौता रह गया। सो ये जिहड़ियां स्थितियां हुण तां ओह गल्लां नहीं रह गईयां, पहलां वाला नहीं सीगा भी पहलां की हुंदा सी भी फिल्मां दे विच भी तुसीं सीन देखदे होवोगे कि वो की है भी कुड़ी दा बाप जिहड़ा आउंदा सीगा ते ओह कहंदा सी ये लो खाली चेक और इसमें भर लो जितनी रकम भरनी है और मेरी बेटी की ज़िंदगी से निकल जाओ।
ਤਾਂ ਉਹ ਕੀ ਕਰਦਾ ਸੀ, ਉਹ ਕਹਿੰਦਾ ਵੀ ਨਹੀਂ। ਜਾਂ ਦੂਸਰੀ ਸ਼ਰਤ ਰੱਖੀ ਜਾਂਦੀ ਸੀ ਵੀ ਜੇ 2 ਕਰੋੜ ਰੁਪਇਆ ਕਮਾ ਕੇ ਲਾਓ ਤਬ ਜਾ ਕੇ ਮੈਂ ਕੀ ਹੈ ਵੀ ਮੈਂ ਤੇਰਾ ਵਿਆਹ ਮੈਂ ਆਪਣੀ ਲੜਕੀ ਦੇ ਨਾਲ ਕਰੂੰਗਾ, ਹੈ ਨਾ। ਇਹ ਡਾਇਲੋਗ ਤੁਸੀਂ ਸਾਰਿਆਂ ਨੇ ਸੁਣੇ ਹੋਏ ਆ। ਤਾਂ ਇਹ ਕੀ ਹੈ ਵੀ ਇਹ ਸਥਿਤੀਆਂ ਕੀ ਹੈ, ਇਹ ਆਦਰਸ਼ ਪ੍ਰੀਤ ਹੈ। ਹੁਣ ਉਹ ਐਵੇਂ ਨਹੀਂ ਕਹਿੰਦਾ ਗਾ ਵੀ ਮੈਂ 2 ਕਰੋੜ ਲੈ ਕੇ ਹੀ ਮੰਨ ਲਓ ਜੇ 2 ਕਰੋੜ ਕਮਾ ਕੇ ਜੇ ਤੇਰੀ ਕੁੜੀ ਨਾਲ ਵਿਆਹ ਕਰਨਾ ਵੀ 2 ਕਰੋੜ ਦਾ ਮੈਂ ਬਿਜ਼ਨਸ ਕਰੂੰਗਾ, 2 ਕਰੋੜ ਦਾ ਬਿਜ਼ਨਸ ਕਰੂੰਗਾ, ਕਿਤੇ ਦੁਨੀਆ ਸਾਰੀ ਘੁੰਮੋ ਫਿਰੂੰਗਾ, ਵੀ ਮੈਂ ਕੀ ਲੈਣਾ ਵਿਆਹ ਤੋਂ। ਇਹ ਆਦਰਸ਼ ਪ੍ਰੀਤ ਨਹੀਂ ਗੀ। ਆਦਰਸ਼ ਪ੍ਰੀਤ ਤਾਂ ਉਹ ਹੈ ਵੀ ਉਹਨੂੰ ਮਿਹਨਤ ਕਰਦੇ ਨੂੰ ਵਿਖਾਇਆ ਜਾਂਦਾ, ਉਹਨੂੰ ਪੱਥਰ ਤੋੜਦੇ ਨੂੰ ਦਿਖਾਇਆ ਜਾਂਦਾ, ਹੈ ਨਾ। ਜਾਂ ਉਹ ਕੀ ਕਰਦਾ, ਆਪਣੀ ਆਦਰਸ਼ ਪ੍ਰੀਤ ਵਾਸਤੇ ਕਿਤੇ ਨਾ ਕਿਤੇ ਵਿਚਾਰਾ ਚੋਰੀ ਕਰ ਬੈਠਦਾ, ਡਾਕਾ ਪਾ ਦਿੰਦਾ। ਸੋ ਇਹ ਜਿਹੜੇ ਤੁਸੀਂ ਦੇਖੇ ਹੋਏ ਆ ਸੀਨ, ਇਹਨਾਂ ਨੂੰ ਕਿਹਾ ਜਾਂਦਾ ਆਦਰਸ਼ ਪ੍ਰੀਤ। ਸੋ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਉਹਦੇ 'ਤੇ ਬੜਾ ਪ੍ਰਭਾਵ ਹੈ ਆਦਰਸ਼ ਪ੍ਰੀਤ ਦਾ। ਸਮਕਾਲੀਨ ਕਠੋਰ ਯਥਾਰਥ ਦੀ ਥਾਂ ਆਦਰਸ਼ ਪ੍ਰੀਤ ਭਾਰੂ ਹੈ ਜੀ। ਸਮਕਾਲੀਨ ਉਸ ਸਮੇਂ ਦਾ ਕਠੋਰ ਯਥਾਰਥ ਹੈ ਜਿਹੜਾ, ਉਸ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਆਪਣੀਆਂ ਕਹਾਣੀਆਂ ਦੇ ਵਿੱਚ ਨਹੀਂ ਲਿਆ ਰਿਹਾ। ਜੀਵਨ ਦਾ ਯਥਾਰਥ ਤਾਂ ਬਾਅਦ ਵਿੱਚ ਆਊਗਾ, ਜਦੋਂ ਸੰਤ ਸਿੰਘ ਸੇਖੋਂ ਵਰਗੇ ਕਹਾਣੀਕਾਰ ਜਦੋਂ ਆਉਂਦੇ ਆ ਸਾਹਮਣੇ ਤਾਂ ਉਦੋਂ ਉਹ ਇਸ ਵਿਸ਼ੇ ਨੂੰ ਲੈ ਕੇ ਆਉਂਦੇ ਆ। ਪਰ ਇਸ ਸਮੇਂ ਕੀ ਆ, ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਆਦਰਸ਼ ਰੋਮਾਂਸਵਾਦ, ਉਦਾਰਵਾਦ, ਮਾਨਵਵਾਦ, ਇਹ ਚੀਜ਼ਾਂ ਚੱਲ ਰਹੀਆਂ। ਕਾਵਕਮਈ ਰਸਕ ਸ਼ੈਲੀ ਹੈ, ਕਾਵਕਮਈ ਸ਼ੈਲੀ ਦੇ ਵਿੱਚ ਕਹਾਣੀਆਂ ਲਿਖੀਆਂ ਹੋਈਆਂ। ਧਿਆਨ ਦੇ ਵਿੱਚ ਰੱਖਿਓ, ਸਿੱਧੀ ਸਾਦੀ ਸ਼ੈਲੀ ਨਹੀਂ ਗੀ, ਥੋੜ੍ਹੀ ਕਾਵਕਮਈ ਸ਼ੈਲੀ ਆ। ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ, ਇਹਦੇ ਵਿੱਚ ਕੀ ਹੈ ਕਿ ਉਤਕ੍ਰਿਸ਼ਟ ਵਿਰਸਾ ਹੈ ਜਿਹੜਾ ਪੰਜਾਬ ਦਾ, ਉਸ ਨੂੰ ਆਧਾਰ ਬਣਾ ਕੇ, ਪੰਜਾਬ ਦੇ ਸੱਭਿਆਚਾਰ ਦੇ, ਪੰਜਾਬ ਦੀ ਧਰਤੀ ਨੂੰ ਆਧਾਰ ਬਣਾ ਕੇ ਇਸ ਕਹਾਣੀ ਦੇ ਵਿੱਚ, ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਕਹਾਣੀ ਸੰਗ੍ਰਹਿ ਦੇ ਵਿੱਚ ਹੀਰ, ਮਿਰਜ਼ਾ ਸਾਹਿਬਾ, ਸ਼ੀਰੀ ਫਰਹਾਦ, ਸੋਹਣੀ ਮਹੀਵਾਲ ਦੀਆਂ ਪ੍ਰੀਤ ਕਥਾਵਾਂ ਨੂੰ ਅੰਕਿਤ ਕੀਤਾ ਗਿਆ ਹੈ। ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ, ਤਾਂ ਇਹ ਹੈ ਜਿਹੜਾ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਖਾਸ ਗੱਲ ਇੰਪੋਰਟੈਂਟ ਹੈ ਇਹ। ਹਾਂਜੀ, ਹਰ ਸਮੱਸਿਆ ਨੂੰ ਪ੍ਰੀਤ ਚਿਕਿਤਸਾ ਦੇ ਨਾਲ ਹੱਲ ਕਰਨ ਦਾ ਯਤਨ ਕਰਦਾ ਹੈ। ਪ੍ਰੀਤ ਚਿਕਿਤਸਾ ਮਤਲਬ ਇਲਾਜ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦਾ ਕਹਿਣ ਦਾ ਮਤਲਬ ਹੈ ਵੀ ਕੋਈ ਵੀ ਸਮੱਸਿਆ ਦਾ ਹੱਲ ਪ੍ਰੀਤ ਹੈ, ਪ੍ਰੇਮ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਇਹ ਕਹਿਣਾ। ਅਗਲੀ ਗੱਲ ਦੇਖੋ, ਪਿਆਰਾ ਸਿੰਘ ਭੋਗਲ ਕੀ ਕਹਿ ਰਿਹਾ ਹੈ। ਪ੍ਰਸਿੱਧ ਆਲੋਚਕ ਪਿਆਰਾ ਸਿੰਘ ਭੋਗਲ, ਬੜਾ ਯੋਗਦਾਨ ਰਿਹਾ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇਸ ਦਾ। ਇਹ ਕੀ ਕਹਿੰਦਾ ਵੀ ਉਹ ਐਲੋਪੈਥੀ ਜਾਂ ਹੋਮਿਓਪੈਥੀ ਦੀ ਜਗ੍ਹਾ 'ਤੇ ਪ੍ਰੀਤਪੈਥੀ ਨੂੰ ਮੰਨਦਾ ਹੈ। ਤਾਂ ਇਹ ਹੈ ਜਿਹੜਾ ਇਹ ਪਿਆਰਾ ਸਿੰਘ ਭੋਗਲ ਦੀ ਗੱਲ ਕਹਿਣੀ ਹੈ ਵੀ ਐਲੋਪੈਥੀ ਜਾਂ ਹੋਮਿਓਪੈਥੀ ਦੀ ਜਗ੍ਹਾ 'ਤੇ ਪ੍ਰੀਤਪੈਥੀ ਨੂੰ ਮੰਨਦਾ ਹੈ। ਤਾਂ ਇਹ ਸਥਿਤੀ ਹੈ ਜਿਹੜੀ, ਇਹ ਪਿਆਰਾ ਸਿੰਘ ਭੋਗਲ ਦੀ ਜਿਹੜੀ ਇਹ ਗੱਲ ਆ ਤੁਸੀਂ ਯਾਦ ਰੱਖਣੀ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬਾਰੇ ਆਖੀ ਹੋਈ ਇਹ ਗੱਲ ਵੀ ਐਲੋਪੈਥੀ ਨੂੰ ਨਹੀਂ ਮੰਨਦਾ ਉਹ। ਅੱਜ ਕੱਲ੍ਹ ਜਿਹੜੀਆਂ ਡਾਕਟਰੀ ਦਵਾਈਆਂ ਚੱਲ ਰਿਹਾ ਜਿਹੜਾ ਇਲਾਜ, ਇਹਨੂੰ ਐਲੋਪੈਥੀ ਕਿਹਾ ਜਾਂਦਾ। ਹੋਮਿਓਪੈਥੀ ਵਾਲੀਆਂ ਨੂੰ ਵੀ, ਹੋਮਿਓਪੈਥੀ ਵਾਲੇ ਉਹ ਡੱਬੀ ਜੀ ਦੇ ਵਿੱਚ ਉਹ ਦਾਣੇ ਜੇ ਪਾ ਕੇ ਤੇ ਉੱਤੇ ਦਵਾਈ ਛਿੜਕ ਕੇ ਦੇ ਦਿੰਦੇ ਆ ਹੋਮਿਓਪੈਥੀ ਵਾਲੇ, ਉਹਨਾਂ ਨੂੰ ਨਹੀਂ ਮੰਨਦਾ ਇਹ ਕਹਿੰਦਾ ਵੀ ਇਹ ਕੀ ਆ, ਬਸ ਪ੍ਰੀਤਪੈਥੀ ਆ, ਮਤਲਬ ਪਿਆਰ ਪ੍ਰੇਮ ਜੇ ਹੈ ਤਾਂ ਫਿਰ ਕਿਸੇ ਵੀ ਕੋਈ ਵੀ ਬਿਮਾਰੀ ਤੁਹਾਡੇ ਪਹਿਲੀ ਗੱਲ ਤਾਂ ਨੇੜੇ ਨਹੀਂ ਆਉਂਦੀ ਕਹਿੰਦਾ, ਅਤੇ ਜੇ ਨੇੜੇ ਆਊਗੀ ਤਾਂ ਉਸ ਦਾ ਇਲਾਜ ਕੀ ਹੈ, ਪ੍ਰੀਤਪੈਥੀ ਹੈ। ਪੰਜਾਬੀ ਦਾ ਅਨੋਖਾ ਅਤੇ ਇਕੱਲਾ ਕਹਾਣੀਕਾਰ ਕਿਹਾ ਜਾਂਦਾ ਇਹਨੂੰ। ਅਨੋਖੀ ਜੀ ਗੱਲ ਆ ਵੀ ਹਰ ਚੀਜ਼ ਦਾ ਇਲਾਜ ਹੀ ਪ੍ਰੀਤ ਪ੍ਰੇਮ ਨੂੰ ਕਹਿ ਰਿਹਾ। ਸੋ ਇਹ ਅਲੱਗ ਜੀ ਗੱਲ ਹੈ, ਇਹਦੀ ਤੁਸੀਂ ਚੇਤੇ ਰੱਖਣੀ ਹੈ। ਲਓ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ਦੀ ਗੱਲ ਕਰਦੇ ਹਾਂ, ਬਹੁਤਾ ਪਾਂਧੀ ਦੀ। ਮੈਂ ਕਹਿੰਦਾ ਮੈਂ 10ਵੀਂ ਵਾਲੀ ਕਿਤਾਬ ਕੱਢ ਹੀ ਲਵਾਂ, ਕੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆ ਜੇ। ਲਓ ਫਿਰ ਆਪਾਂ ਦੇਖਦੇ ਹਾਂ। ਹਾਂਜੀ, ਪੰਜਾਬੀ ਕਹਾਣੀ ਪੰਜਾਬੀ ਕਹਾਣੀ ਦੇ ਵਿੱਚ 116 ਨੰਬਰ ਪੇਜ 10ਵੀਂ ਵਾਲੀ ਬੁੱਕ ਦੇ ਵਿੱਚ ਹੈ ਆਪਣੇ। ਹਾਂਜੀ, ਪੰਜਾਬੀ ਕਹਾਣੀ ਗੁਰਬਖਸ਼ ਸਿੰਘ ਪ੍ਰੀਤਲੜੀ। ਲਓ ਬੇਟਾ ਜੀ, ਭਾਗ ਤੀਜੇ ਕਹਾਣੀ ਦੇ ਵਿੱਚ ਪਹਿਲੀ ਕਹਾਣੀ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬਾਰੇ ਥੋੜ੍ਹੀਆਂ ਜਿਹੀਆਂ ਗੱਲਾਂ ਦੇ ਰੱਖੀਆਂ, ਇਹ ਤੁਸੀਂ ਯਾਦ ਰੱਖਣੀਆਂ ਹੈ ਨਾ। ਹਾਂ, ਪ੍ਰਬੁੱਧ ਵਾਰਤਕਕਾਰ ਵਜੋਂ ਜਾਣਿਆ ਜਾਂਦਾ ਹੈ। ਵਾਰਤਕ ਰਚਨਾ ਦੇ ਨਾਲ ਨਾਲ ਕਹਾਣੀ ਉੱਪਰ ਵੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਣੀ ਜਿਹੜੀ ਇਹ ਸਾਹਿਤਕ ਜੀਵਨ ਹੈ, ਸਾਹਿਤਕ ਰਚਨਾ ਹੈ ਜਿਹੜੀ, ਉਹ ਨਿਬੰਧ ਦੇ ਨਾਲ ਸ਼ੁਰੂ ਕਰਦਾ ਹੈ। 1895 ਦੇ ਵਿੱਚ ਜਨਮ ਹੁੰਦਾ ਹੈ। ਇੰਜੀਨੀਅਰਿੰਗ ਦੀ ਪੜ੍ਹਾਈ ਵੀ ਕੀਤੀ ਹੋਈ ਹੈ, ਅਮਰੀਕਾ ਦੇ ਵਿੱਚ ਜਾਂਦਾ। 1913 ਦੇ ਵਿੱਚ ਪ੍ਰੀਤਲੜੀ ਨਾਮ ਦਾ ਰਸਾਲਾ ਕੱਢਦਾ ਹੈ।
ਅਮਰੀਕਾ, ਈਰਾਨ, ਰੂਸ ਆਦਿ ਮੁਲਕਾਂ ਦੀ ਸੈਰ ਕਰਨ ਤੋਂ ਬਾਅਦ ਇਹ ਬਹੁਤ ਸਾਰੀਆਂ ਰਚਨਾਵਾਂ ਵੀ ਕਰਦਾ। ਅਨੋਖੇ ਤੇ ਇਕੱਲੇ ਪ੍ਰੀਤ ਕਹਾਣੀਆਂ, ਨਾਗਪ੍ਰੀਤ ਦਾ ਜਾਦੂ, ਵੀਣਾ ਵਿਨੋਦ, ਸ਼ਬਨਮ, ਭਾਬੀ, ਮੈਨਾ, ਪ੍ਰੀਤਾਂ ਦੇ ਪਹਿਰੇਦਾਰ, ਇਹ ਵੀ ਤੁਸੀਂ ਇਹਦੇ ਵਿੱਚੋਂ ਮੰਨ ਲਓ ਕੋਈ ਰਹਿ ਗਈ ਉਹ ਵੀ ਗੱਲ ਐਡ ਕਰ ਲੈਣੀ ਹੈ। ਸਭ ਤੋਂ ਵੱਡੀ ਗੱਲ ਕੀ ਹੈ ਕਿ ਕਹਾਣੀ ਪਾਠਕ ਨੂੰ ਆਪਣੇ ਨਾਲ ਜੋੜਨ ਦੀ ਪੂਰੀ ਸਮਰੱਥਾ ਰੱਖਦੀ ਹੈ। ਨਹੀਂ ਸਧਾਰਨ ਚੀਜ਼ ਹੈ ਇਹ। ਰੌਚਕ ਸ਼ੈਲੀ ਤਾਂ ਹੈ, ਬਿਲਕੁਲ ਸਹੀ ਹੈ। ਬਹੁਤਾਪਨ ਦੀ ਕਹਾਣੀ ਉਸਦੇ ਜੀਵਨ ਫਲਸਫੇ ਦੀ ਮਹੱਤਵਪੂਰਨ ਉਦਾਹਰਣ ਹੈ। ਕਹਾਣੀ ਦਾ ਨਾਇਕ ਹੈ ਜਿਹੜਾ ਇਸ ਕਹਾਣੀ ਦਾ, ਉਹ ਹੈਗਾ ਮੇਜਰ ਸਾਹਿਬ। ਧਿਆਨ ਵਿੱਚ ਰੱਖਣਾ, ਵਿਹਾਰਕ ਪਹਿਲੂ ਦੇ ਦੁਆਰਾ ਰਿਸ਼ਤੇ ਬਣਾਉਣ ਨਿਭਾਉਣ ਵਿੱਚ ਅਹਿਮ ਮਿਸਾਲ ਪੇਸ਼ ਕਰਦਾ ਨਜ਼ਰ ਆਉਂਦਾ ਹੈ। ਆਪ ਇੰਨੀਆਂ ਲਾਈਨਾਂ ਲਿਖੀਆਂ ਹੋਈਆਂ ਜਿਹੜੀਆਂ ਬਹੁਤ ਕੰਮ ਦੀਆਂ, ਕਿਉਂਕਿ ਇੰਨੀਆਂ ਲਾਈਨਾਂ ਦੇ ਵਿੱਚੋਂ ਤੁਹਾਨੂੰ ਪਤਾ ਲੱਗ ਜੂਗਾ, ਇਹ 17 ਲਿਖੀਆਂ ਹੋਈਆਂ ਜਿਹੜੀਆਂ, ਇਹਨਾਂ ਤੋਂ ਪਤਾ ਲੱਗ ਜੂਗਾ ਤੁਹਾਨੂੰ ਵੀ ਕਹਾਣੀ ਹੈ ਜਿਹੜੀ ਬਹੁਤਾਪਨ ਦੀ ਹੈ ਜਿਹੜੀ ਉਹ ਹੈ ਕੀ ਹੈ। ਜਿਹਦੇ ਵਿੱਚ ਇੱਕ ਨਾਇਕ ਹੈ ਜਿਹੜਾ ਇਸ ਕਹਾਣੀ ਦਾ ਜਿਹੜਾ ਮੁੱਖ ਕਿਰਦਾਰ ਹੈ ਮੇਜਰ ਸਾਹਿਬ ਹੈ। ਉਹ ਵਿਵਹਾਰਿਕ ਪਹਿਲੂ, ਉਹਦਾ ਵਿਵਹਾਰ ਹੀ ਐਵੇਂ ਦਾ, ਨੇਚਰ ਹੀ ਐਵੇਂ ਦਾ ਵੀ ਉਹ ਰਿਸ਼ਤੇ ਬਣਾਉਣ ਨਿਭਾਉਣ ਦੇ ਵਿੱਚ ਬੜੀ ਮਿਸਾਲ ਪੇਸ਼ ਕਰਦਾ ਹੈ। ਰੇਲ ਗੱਡੀ ਵਿੱਚ ਮੁਸਾਫਰਾਂ ਨਾਲ ਉਸਦਾ ਰਵੱਈਆ ਸਹਾਨੂਭੂਤੀ ਵਾਲਾ ਹੈ। ਮੁਸਾਫਰਾਂ ਦਾ ਪ੍ਰੇਰਣਾ ਸਰੋਤ ਬਣ ਕੇ ਸਮਾਜ ਵਿੱਚ ਨਵੀਂ ਸੇਧ ਦਿੰਦਾ ਪ੍ਰਤੀਤ ਹੁੰਦਾ ਹੈ। ਕਹਾਣੀਕਾਰ ਇਸ ਕਿਸਮ ਦੇ ਨਾਇਕ ਨੂੰ ਬਹੁਤਾਪੰਦੀ ਦੀ ਸੰਗਿਆ ਦਿੰਦਾ ਹੈ। ਬਹੁਤਾਪੰਦੀ ਤੋਂ ਭਾਵ ਕੀ ਲਿਖਿਆ ਹੋਇਆ, ਪਹੁੰਚਿਆ ਹੋਇਆ ਮੁਸਾਫਰ। ਫਲਾਨਾ ਜੀ ਬੰਦਾ ਬੜਾ ਪੁੱਜਿਆ ਹੋਇਆ, ਬੜੀ ਪੁੱਜੀ ਹੋਈ ਸ਼ਖਸੀਅਤ ਹੈ ਜੀ, ਸਾਡੇ ਦਰਮਿਆਨ ਬੈਠੇ ਨੇ, ਕਹੇ ਜੀ ਬੜੇ ਪਹੁੰਚਿਆ ਹੋਇਆ ਬੰਦਾ, ਬੜਾ ਪੁੱਜਿਆ ਹੋਇਆ ਹੈ ਨਾ। ਪਰ ਆਪਣੇ ਪਤਾ ਕੀ ਹੈ, ਆਪਣੇ ਹੁਣ ਨਾ ਹੌਲੀ ਹੌਲੀ ਬੜਾ ਦੇਸੀ ਜੀ ਭਾਸ਼ਾ ਦੇ ਵਿੱਚ ਕਈ ਤਾਂ ਕਹਿ ਦਿੰਦੇ ਆ ਵੀ ਇਹ ਜੀ ਬੜਾ ਪਹੁੰਚਿਆ ਹੋਇਆ, ਬੜਾ ਪੁੱਜਿਆ ਹੋਇਆ, ਅਤੇ ਕਈ ਕਹਿ ਦਿੰਦੇ ਆ ਬੜੀ ਕੁੱਤੀ ਚੀਜ਼ ਹੈ ਇਹ ਹੈ। ਇਹ ਵਿਸ਼ੇ ਅਤੇ ਕਲਾ ਪੱਖੋਂ ਇਹ ਕਹਾਣੀ ਹੈ ਜਿਹੜੀ ਪੰਜਾਬੀ ਦੀਆਂ ਸਿਰਮੌਰ ਕਹਾਣੀਆਂ ਦੇ ਵਿੱਚੋਂ ਇੱਕ। ਲਓ ਜੀ, ਬਹੁਤਾਪਨ ਦੀ ਕਹਾਣੀ ਹੈ ਜਿਹੜੀ, ਇਹ ਸਭ ਤੋਂ ਪਹਿਲਾਂ ਪ੍ਰਸ਼ਨ ਦੇਖ ਲਓ ਕਿਵੇਂ ਕਿਵੇਂ ਬਣਦੇ ਆ ਪੁੱਤ ਜੀ। ਫਿਰ ਤੁਸੀਂ ਕਹਿਣਾ ਵੀ ਸਰ ਨੇ ਇਹ ਨਹੀਂ ਦੱਸਿਆ ਸਾਨੂੰ ਵੀ ਪ੍ਰਸ਼ਨ ਕਿਵੇਂ ਬਣਦੇ ਆ। ਲਓ ਪਹਿਲਾ ਪ੍ਰਸ਼ਨ, ਬਹੁਤ ਖਤਰਨਾਕ ਪ੍ਰਸ਼ਨ, ਤੁਸੀਂ ਸੋਚ ਨਹੀਂ ਸਕਦੇ। ਅੰਮ੍ਰਿਤਸਰੋਂ ਲੁਧਿਆਣੇ ਵੱਲ ਗੱਡੀ ਹੈ ਜਿਹੜੀ ਉਹ ਆ ਰਹੀ ਸੀ। ਅੰਮ੍ਰਿਤਸਰੋਂ ਲੁਧਿਆਣੇ ਵੱਲ ਬਹੁਤਾਪਨ ਦੀ ਕਹਾਣੀ ਦੇ ਵਿੱਚ ਗੱਡੀ ਹੈ ਜਿਹੜੀ ਉਹ ਕਿੱਥੋਂ ਚੱਲੀ ਸੀ ਜੀ? ਅੰਮ੍ਰਿਤਸਰੋਂ। ਗੱਡੀ ਕਿੱਥੋਂ ਚੱਲੀ ਸੀ? ਅੰਮ੍ਰਿਤਸਰੋਂ। ਆ ਕਿੱਥੇ ਰਹੀ ਸੀ? ਲੁਧਿਆਣੇ। ਠੀਕ ਹੈ ਬੇਟਾ ਜੀ, ਗੱਡੀ ਹੈ ਜਿਹੜੀ ਉਹ ਚੱਲੀ ਅੰਮ੍ਰਿਤਸਰੋਂ ਆ, ਜਾ ਕਿੱਥੇ ਰਹੀ ਹੈ ਗੱਡੀ, ਕਿੱਧਰ ਨੂੰ ਜਾ ਰਹੀ ਹੈ? ਲੁਧਿਆਣੇ ਵੱਲ ਨੂੰ। ਪ੍ਰਸ਼ਨ ਤੁਸੀਂ ਯਾਦ ਰੱਖਣੇ ਆ, ਇਹ ਦੋ ਪ੍ਰਸ਼ਨ ਬਣਦੇ ਆ। ਅੱਗੇ ਜਿਹੜੀਆਂ ਦੇਖੋ ਕਹਾਣੀ ਤੁਸੀਂ ਪੜ੍ਹਨੀ ਹੈ, ਇਹ ਪੂਰੀ ਕਹਾਣੀ ਦੇ ਵਿੱਚ ਕੀ ਹੈ ਦੇਖੋ, ਨਾਲ ਨਾਲ ਇੱਕ ਜਿਹੜਾ ਕੀ ਹੈ ਮੇਜਰ ਸਾਹਿਬ ਹੈ ਜਿਹੜਾ ਆਪਣੇ ਸਿਪਾਹੀਆਂ ਦੇ ਨਾਲ ਉਹ ਰੇਲ ਗੱਡੀ ਦੇ ਵਿੱਚ ਸਫ਼ਰ ਕਰ ਰਿਹਾ। ਤਾਂ ਉਹ ਅੱਡ ਅੱਡ ਤਰੀਕੇ ਦੇ ਨਾਲ, ਜਿਵੇਂ ਮੰਨ ਲਓ ਕੋਈ ਪਹਿਲਾਂ ਕੋਈ ਮੰਨ ਲਓ ਉਹ ਗੱਡੀ ਹੈ ਜਿਹੜੀ ਉਹ ਡੱਬਾ ਹੈ ਜਿਹੜਾ ਉਹ ਪੂਰਾ ਖਚਾਖਚ ਸਵਾਰੀਆਂ ਦੇ ਨਾਲ ਭਰਿਆ। ਕੋਈ ਜਣਾ ਵਿਚਾਰਾ ਬਾਹਰ ਖੜਾ ਦੇਖ ਰਿਹਾ ਵੀ ਮੈਨੂੰ ਵੀ ਕੋਈ ਜਗ੍ਹਾ ਮਿਲੇ। ਲੋਕੀ ਉਹਨੂੰ ਕਹਿੰਦੇ ਆ ਵੀ ਤੂੰ ਨਹੀਂ ਮਤਲਬ ਚੜ੍ਹ ਸਕਦਾ। ਤਾਂ ਮੇਜਰ ਸਾਹਿਬ ਉਹਨੂੰ ਕਹਿੰਦੇ ਵੀ ਨਹੀਂ ਕੋਈ ਨਹੀਂ ਤੂੰ ਆ ਜਾ, ਅਤੇ ਅੱਗੇ ਇੱਕ ਸੀਟ ਵੀ ਖਾਲੀ ਹੋ ਜੂਗੀ। ਉਹ ਵਿਚਾਰਾ ਥੋੜ੍ਹਾ ਜਿਹਾ ਮੋਟਾ ਬੰਦਾ ਹੁੰਦਾ ਹੈ ਨਾ, ਇਸ ਤਰ੍ਹਾਂ ਕਰਕੇ ਅੱਗੇ ਫਿਰ ਹੋਰ ਦੋ ਸਵਾਰੀਆਂ ਕਹਿੰਦੀਆਂ ਜੀ ਸਾਨੂੰ ਵੀ ਚੜਾਓ। ਤਾਂ ਮੇਜਰ ਸਾਹਿਬ ਕੀ ਆ ਵੀ ਟ੍ਰੇਨ ਦੇ ਵਿੱਚ ਜਿਹੜੇ ਹੁੰਦੇ ਨਾ ਪਖਾਨੇ ਬਣੇ, ਅਤੇ ਉਹਨਾਂ ਦੇ ਕੋਲ ਹੀ ਬੈਠੇ ਹੁੰਦੇ ਆ, ਅਤੇ ਕੋਈ ਜਣਾ ਪਖਾਨਾ ਖੋਲ੍ਹ ਦਿੰਦਾ ਅਤੇ ਉਹ ਬੜੀ ਮਤਲਬ ਭੈੜੀ ਬਦਬੂ ਆਉਂਦੀ ਹੈ, ਮੁਸ਼ਕ ਬੜਾ ਆਉਂਦਾ। ਤਾਂ ਮੇਜਰ ਸਾਹਿਬ ਆਪ ਕਹਿੰਦੇ ਆ ਵੀ ਚਲੋ ਮੈਂ ਸਾਫ਼ ਕਰ ਦਿੰਦਾ। ਪਰ ਜਿਹੜੇ ਨਾਲ ਸਿਪਾਹੀ ਹੁੰਦੇ ਉਹ ਫਿਰ ਸ਼ਰਮਿੰਦਗੀ ਫੀਲ ਕਰਦੇ ਆ। ਤਾਂ ਉਹ ਕੀ ਕਰਦੇ ਆ, ਉਹ ਉਸ ਨੂੰ ਸਾਫ਼ ਕਰ ਦਿੰਦੇ ਆ। ਸਾਰੀਆਂ ਮਤਲਬ ਸਵਾਰੀਆਂ ਦੇ ਬੈਠਣ ਵਾਸਤੇ ਕੋਈ ਜਗ੍ਹਾ ਵਗੈਰਾ ਬਣ ਜਾਂਦੀ ਹੈ ਜਾਂ ਕਿਵੇਂ ਵੀ ਲਾ ਲਓ। ਉਸ ਤੋਂ ਬਾਅਦ ਇੱਕ ਜਗ੍ਹਾ 'ਤੇ ਟ੍ਰੇਨ ਰੁਕਦੀ ਹੈ। ਅਗਲੇ ਸਟੇਸ਼ਨ 'ਤੇ ਕੀ ਹੁੰਦਾ, ਸ਼ਿਕੰਜਵੀ ਵੇਚਣ ਵਾਲਾ ਆ ਜਾਂਦਾ। ਤਾਂ ਉਹ ਕੀ ਕਹਿੰਦਾ ਜੀ, ਉਹ ਕਹਿੰਦਾ ਵੀ ਆਂਦਾ ਕੀ ਕਹਿੰਦਾ ਹੈ ਵੀ ਠੰਡੇ ਮਿੱਠੇ ਗਲਾਸ, ਆਨੇ ਆਨੇ ਗਲਾਸ। ਉਹ ਗਲਾਸ ਹੈ ਇੱਕ ਇੱਕ ਆਨੇ ਦਾ ਵੇਚਦਾ। ਇਹ ਪ੍ਰਸ਼ਨ ਹੈ ਵੀ ਬਹੁਤਾਪਨ ਦੀ ਕਹਾਣੀ ਦੇ ਵਿੱਚ ਜਿਹੜਾ ਸ਼ਿਕੰਜਵੀ ਵਾਲਾ ਉਹਦਾ ਗਲਾਸ ਹੈ ਜਿਹੜਾ ਉਹ ਇੱਕ ਸ਼ਿਕੰਜਵੀ ਦਾ ਕਿੰਨੇ ਰੁਪਈਏ ਦਾ ਹੈ ਜਾਂ ਕਿੰਨੇ ਆਨੇ ਦਾ ਹੈ, ਕਿੰਨੇ ਪੈਸਿਆਂ ਦਾ ਹੈ ਜੀ? ਇੱਕ ਆਨੇ ਦਾ ਹੈ, ਇੱਕ ਆਨਾ। ਤਾਂ ਉਹ 19 ਗਲਾਸ ਕੁੱਲ ਪਿਆਏ ਜਾਂਦੇ ਆ। ਇਹ ਵੀ ਬਣਦਾ ₹1.25 ਰੁਪਈਆ ਬਣਦਾ। ਮੈਂ ਤੁਹਾਨੂੰ ਦੱਸੂਗਾ ਕਿਵੇਂ ਬਣਦਾ। ਉਸ ਤੋਂ ਬਾਅਦ ਦੇਖੋ ਹਾਂਜੀ, ਕੋਈ ਇੱਕ ਬੰਦਾ ਕੀ ਹੈ ਵੀ ਉਹ ਸਿਗਰਟ ਪੀਣ ਲੱਗਦਾ। ਤਾਂ ਉਹ ਇੱਕ ਬੰਦੇ ਨੇ ਤੰਬਾਕੂ ਪੀਣਾ ਚਾਹਿਆ, ਤਾਂ ਨਾਲ ਦੇ ਕਹਿੰਦੇ ਵੀ ਨਹੀਂ ਨਹੀਂ ਸਰਦਾਰ ਸਾਹਿਬ ਬੈਠੇ ਅੰਦਰ, ਮੇਜਰ ਸਾਹਿਬ ਟ੍ਰੇਨ ਦੇ ਵਿੱਚ ਵੀ ਨਹੀਂ ਪੀਣਾ। ਪਰ ਮੇਜਰ ਸਾਹਿਬ ਉਹਨੂੰ ਕਹਿੰਦੇ ਵੀ ਪੀ ਤੂੰ, ਪਰ ਸਿਗਰਟ ਪੀ, ਪਰ ਚੰਗੀ ਕੁਆਲਿਟੀ ਵਾਲੀ ਪੀ। ਪਰ ਉਹਨੂੰ ਉਹ ਕਹਿੰਦਾ ਵੀ ਮੈਂ ਜੀ ਪੀਣੀ ਨਹੀਂ। ਹੁਣ ਉਹ ਮੇਜਰ ਸਾਹਿਬ ਨੂੰ ਧੱਕੇ ਨਾਲ ਕਹਿੰਦੇ ਵੀ ਨਹੀਂ ਤੂੰ ਕੀ ਕਰੀ ਵੀ ਪੀ ਲਾ, ਛੂਟਾ ਜਿਹੜਾ ਉਹ ਮਤਲਬ ਧੂੰਆਂ ਜਿਹੜਾ ਉਸ ਨੂੰ ਬਾਹਰ ਸੁੱਟਦਾ ਜਾਈ। ਤਾਂ ਉਹ ਵਿਚਾਰੇ ਦਾ ਉਹਦਾ ਛੂਟਾ ਮਤਲਬ ਲਵਾ ਹੀ ਦਿੰਦੇ ਆ ਮੇਜਰ ਸਾਹਿਬ। ਤਾਂ ਉਹ ਹੌਲਦਾਰ ਜਿਹੜਾ ਉਹ ਪਲੇਟਫਾਰਮ 'ਤੇ ਅੱਗੇ ਅਗਲੇ ਸਟੇਸ਼ਨ 'ਤੇ ਅਗਲੇ ਪਲੇਟਫਾਰਮ 'ਤੇ ਇੱਕ ਹੌਲਦਾਰ ਆਉਂਦਾ। ਉਹ ਮੇਜਰ ਸਾਹਿਬ ਨੂੰ ਸਲੂਟ ਮਾਰਦਾ, ਕਹਿੰਦਾ ਮੇਜਰ ਸਾਹਿਬ ਤੁਸੀਂ ਆਪਣਾ ਡੱਬਾ ਛੱਡ ਕੇ ਕਿਉਂ ਆ ਗਏ? ਕਹਿੰਦਾ ਵੀ ਉਹ ਡੱਬਾ ਪੇ ਮਰਿਆਂ ਦਾ ਸੀਗਾ। ਪੇ ਸ਼ਬਦ ਵਰਤਦਾ, ਪੇ ਮਤਲਬ ਹੁੰਦਾ ਪਿਓ, ਫਾਦਰ ਸਾਹਿਬ ਜੀ ਨੂੰ ਆਪਾਂ ਕਹਿ ਦਿੰਦੇ
पे मरिया दा डब्बा। पे आ जिहड़ा ये दुआबे दे लोग वरतदे आ। दुआबे दी भाशा दे विच पे, घे, घ्यो नूं घे, स्यो नूं सेब नूं से, पे घे से। पे मतलब प्यो नूं कहिंदे आ दुआबे दे लोग, ते घ्यो नूं घे कहिंदे आ, ते सेब जां स्यो नूं से कहिंदे आ, एप्पल नूं। ਤਾਂ ਇਹ ਜਿਹੜੀ ਇਹ ਦੁਆਬੇ ਦੀ ਭਾਸ਼ਾ ਜਾਪਦੀ। ਅਗਰ ਮੰਨ ਲਓ ਆ ਜੇ ਕਿ ਮੇਜਰ ਸਾਹਿਬ ਹੈ ਜਿਹੜੇ ਉਹ ਮਤਲਬ ਕਿ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਆ, ਤਾਂ ਇੰਨੀ ਕੁ ਗੱਲ ਤੋਂ ਪਤਾ ਲੱਗਦਾ ਇਸ ਗੱਲ ਦਾ ਕਿ ਮੇਜਰ ਸਾਹਿਬ ਹੈ ਜਿਹੜੇ ਉਹ ਦੁਆਬੇ ਦੇ ਇਲਾਕੇ ਦੇ ਆ। ਵੀ ਪੇ ਮਰਿਆਂ ਦੇ ਡੱਬੇ ਦੇ ਵਿੱਚ ਮੈਂ ਕੀ ਲੈਣ ਜਾਣਾ। ਪਿਓ ਮਰਿਆ ਮਤਲਬ ਵੀ ਕੀ ਫਲਾਨਿਆ ਤੇਰਾ ਪਿਓ ਮਰ ਗਿਆ, ਵੀ ਤੂੰ ਇੰਨਾ ਚੁੱਪ ਚਾਪ ਇੰਨਾ ਸੁੰਨ ਹੋ ਕੇ ਇੰਨਾ ਸੁੰਨਸਾਨ ਕਾਹਤੋਂ ਬੈਠਾ। ਤਾਂ ਉਹ ਕਹਿੰਦਾ, ਕਹਿਣ ਦਾ ਮਤਲਬ ਮੇਜਰ ਸਾਹਿਬ ਦਾ ਵੀ ਉਹ ਡੱਬੇ ਦੇ ਵਿੱਚ ਲੋਕੀ ਸਾਰੇ ਸੁੰਨ ਹੋ ਕੇ ਬੈਠੇ ਸੀ। ਕੋਈ ਅਖਬਾਰ ਪੜ੍ਹੀ ਜਾਂਦਾ ਸੀ, ਕੋਈ ਧੂੰਏਂ ਦੇ ਕਸ਼, ਕੋਈ ਕਿਤਾਬ ਦੇ ਵਿੱਚ ਮੂੰਹ ਸੀ ਕਿਸੇ ਦਾ, ਗੱਲ ਤਾਂ ਕਰ ਨਹੀਂ ਰਹੀ ਸੀ ਰਹੇ। ਤਾਂ ਉਹ ਕੀ ਆ ਵੀ ਉਹ ਫਿਰ ਉਹ ਹੌਲਦਾਰ ਕਹਿੰਦਾ ਵੀ ਫਿਰ ਮੈਂ ਤੁਹਾਡੀ ਸੀਟ 'ਤੇ ਬਹਿ ਜਾਓ। ਕਹਿੰਦੇ ਹਾਂ ਠੀਕ ਹੈ। ਵੀ ਉਹ ਕਹਿੰਦਾ ਵੀ ਨਹੀਂ ਤੂੰ ਬੈਠ ਨਹੀਂ ਸਕਦੇ, ਵੀ ਉਹ ਕੋਈ ਸਵਾਰੀ ਉੱਥੇ ਮੇਜਰ ਸਾਹਿਬ ਨੇ ਆਪਣੀ ਜਗ੍ਹਾ 'ਤੇ ਕਿਸੇ ਸਵਾਰੀ ਨੂੰ ਬਿਠਾਤਾ ਸੀ। ਵੀ ਉਹ ਕੋਈ ਪਹਿਲਾਂ ਦੀ ਫਿਰ ਪਿੱਛੇ ਗੱਲ ਚੱਲ ਪੈਂਦੀ ਹੈ ਵੀ ਮੇਜਰ ਸਾਹਿਬ ਕਹਿੰਦੇ ਆ ਵੀ ਮੈਂ ਕਿਹਨੂੰ ਬਿਠਾਇਆ ਹੋਇਆ ਆਪਦੀ ਜਗ੍ਹਾ 'ਤੇ। ਵੀ ਉਹ ਕੋਈ ਬਾਹਰ ਲਟਕੀ ਜਾਂਦਾ ਸੀ ਵਿਚਾਰਾ, ਵੀ ਗੱਡੀ ਦੇ ਬਾਹਰ ਕਈ ਵਾਰੀ ਕਿਉਂਕਿ ਬਾਹਲੀ ਭੀੜ ਸੀ। ਤਾਂ ਉਹ ਕੀ ਮੇਜਰ ਸਾਹਿਬ ਕਹਿੰਦੇ ਵੀ ਮੈਂ ਉਹਨੂੰ ਆਪਣੀ ਜਗ੍ਹਾ ਦੇ ਕੇ ਅਤੇ ਆਪ ਮੈਂ ਇੱਥੇ ਆ ਗਿਆ। ਫਿਰ ਲੋਕਾਂ ਦਾ ਬੜਾ ਮਤਲਬ ਪ੍ਰੇਮ ਮੋਹ ਜਾ ਮੇਜਰ ਸਾਹਿਬ ਨਾਲ ਪੈ ਜਾਂਦਾ। ਸਾਰੇ ਜਣੇ ਪਤਾ ਕਹਿੰਦੇ ਜੀ ਤੁਹਾਡਾ ਦਿਓ। ਮੇਜਰ ਸਾਹਿਬ ਕਹਿੰਦੇ ਵੀ ਪਹਿਲਾਂ ਸਮਾਨ ਸਮੂਨ ਜਾਂ ਚੁੱਕ ਲਈਏ, ਇੰਨੇ ਚਿਰ ਨੂੰ ਟ੍ਰੇਨ ਹੈ ਜਿਹੜੀ ਉਹ ਤੁਰਨ ਦਾ ਸਮਾਂ ਹੋ ਜਾਂਦਾ। ਕੁੱਲੀ ਤੇ ਸਵਾਰੀਆਂ ਦਾ ਰੌਲਾ ਪੈ ਜਾਂਦਾ। ਮੇਜਰ ਸਾਹਿਬ ਸਾਰਿਆਂ ਨੂੰ ਹੱਥ ਜੋੜ ਕੇ ਕਹਿੰਦੇ ਆ ਵੀ ਠੀਕ ਹੈ ਕੋਈ ਗੱਲ ਨਹੀਂ, ਕਾਹਲੀ ਕਾਹਲੀ ਨਾਲ ਹੁਣ ਸਾਨੂੰ ਕਾਹਲੀ ਹੈ। ਜਦੋਂ ਕਿਤੇ ਅੱਗੇ ਵੀ ਮੈਂ ਆਪਣਾ ਨਿੱਕ ਸੁੱਖ ਵੀ ਪੇ ਮਰਿਆਂ ਦੇ ਡੱਬੇ ਵਿੱਚੋਂ ਇਕੱਠਾ ਕਰਨਾ ਹੈ। ਲਾਸਟ ਦੇ ਵਿੱਚ ਕਹਿੰਦੇ ਲਾਸਟ ਵਾਲੀਆਂ ਪੰਕਤੀਆਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਤਾਂ ਆਓ ਗਏ ਸਾਰੇ ਡੱਬੇ ਦੇ ਵਿੱਚੋਂ ਰੂਹ ਨਿਕਲ ਗਈ ਅਤੇ ਡੱਬਾ ਭਾਂ ਭਾਂ ਕਰਨ ਲੱਗ ਪਿਆ। ਭਾਂ ਭਾਂ ਦਾ ਮਤਲਬ ਵੀ ਡੱਬਾ ਸੁੰਨ ਹੋ ਗਿਆ ਦੁਬਾਰੇ, ਉਵੇਂ ਹੀ ਭਾਂ ਭਾਂ ਕਰਨ ਲੱਗ ਪਿਆ। ਕੁਝ ਕੁ ਗੱਲਾਂ ਲਓ ਮੈਂ ਕੱਢੀਆਂ ਇਹਦੇ ਵਿੱਚੋਂ। ਪ੍ਰਸ਼ਨ ਅੰਮ੍ਰਿਤਸਰੋਂ ਲੁਧਿਆਣੇ ਵੱਲ ਗੱਡੀ ਜਾ ਰਹੀ ਹੈ, ਇੱਕ ਹੋ ਗਈ ਗੱਲ। ਦੂਸਰੀ ਗੱਲ, ਦੂਸਰਾ ਇੱਕ ਲਿਖਿਆ ਹੋਇਆ ਦੇਖੋ ਜੀ, ਕੋਈ ਥਾਂ ਨਹੀਂ ਉਹ ਨਿੰਮੋ ਚੂਣਾ ਹੋਇਆ। ਨਿੰਮੋ ਚੂਣਾ ਵਿਚਾਰਾ ਹੁੰਦਾ ਮਤਲਬ ਸ਼ਰਮਿੰਦਗੀ ਮਹਿਸੂਸ ਕਰਨੀ। ਨਿੰਮੋ ਚੂਣਾ ਇੱਕ ਮੁਹਾਵਰਾ ਹੈ ਜਿਹਦਾ ਸ਼ਾਬਦਿਕ ਅਰਥ ਬਣਦਾ ਹੈ ਸ਼ਰਮਿੰਦਗੀ ਮਹਿਸੂਸ ਕਰਨੀ, ਸ਼ਰਮਿੰਦਗੀ ਫੀਲ ਕਰਨੀ। ਉਹ ਵਿਚਾਰਾ ਨਿੰਮੋ ਚੂਣਾ ਹੋ ਕੇ, ਨਿੰਮੋ ਚੂਣਾ ਹੋਣਾ, ਸ਼ਰਮਿੰਦਗੀ ਮਹਿਸੂਸ ਕਰਨਾ। ਇਹ ਇੱਕ ਮੁਹਾਵਰਾ ਸੀ, ਇਹ ਵੀ ਤੁਹਾਨੂੰ ਮੈਂ ਦੱਸਤਾ। ਅੱਗੇ ਪ੍ਰਸ਼ਨ ਕੋਈ ਨਹੀਂ ਇੱਥੋਂ ਤੱਕ। ਪਹਿਲੇ ਤਾਂ ਦੂਸਰੀ ਜਿਹੜਾ 118 ਨੰਬਰ ਪੇਜ 'ਤੇ ਕੁਝ ਪ੍ਰਸ਼ਨ ਬਣਦੇ ਆ। ਇੱਕ ਲਿਖਿਆ ਹੋਇਆ ਵੀ ਸਿਪਾਹੀਆਂ ਨੂੰ ਸ਼ਰਮ ਆ ਗਈ। ਇੱਕ ਸਿਪਾਹੀ ਨੇ ਪਖਾਨੇ ਵਿੱਚ ਗਿਆ, ਇੱਕ ਸਿਪਾਹੀ ਤੇ ਦੂਜੇ ਨੇ ਅਸਬਾਬ ਨੂੰ ਹੱਥ ਪਵਾਇਆ। ਦੋ ਸਿਪਾਹੀ ਸੀਗੇ, ਅਸਬਾਬ ਸ਼ਬਦ ਆਇਆ। ਦੇਖੋ ਜੀ ਅਸਬਾਬ ਇੱਕ ਸ਼ਬਦ ਹੈ। ਇੱਕ ਸ਼ਬਦ ਤੁਸੀਂ ਸੁਣਿਆ ਹੋਇਆ ਸਬਬ। ਸਬਾਬ ਇੱਕ ਸ਼ਬਦ ਸੁਣਿਆ ਹੋਇਆ ਸਬਬ। ਸਬਬ ਦਾ ਸ਼ਾਬਦਿਕ ਅਰਥ ਹੁੰਦਾ ਕਾਰਨ। ਸਬਬ ਦਾ ਸ਼ਾਬਦਿਕ ਅਰਥ ਹੁੰਦਾ ਕਾਰਨ, ਰੀਜ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕਾਰਨ। ਸੋ ਇਹਦੇ ਵਿੱਚ ਕੀ ਹੈ ਅਸਬਾਬ। ਦੇਖੋ ਪਹਿਲਾਂ ਤਾਂ ਤੁਸੀਂ ਇਹ ਗੱਲ ਧਿਆਨ ਦੇ ਵਿੱਚ ਰੱਖਿਓ ਵੀ ਸਬਬ ਦਾ ਬਹੁਵਚਨ ਹੈ ਅਸਬਾਬ। ਅਸਬਾਬ ਹੈ ਜਿਹੜਾ ਉਹ ਸਬਬ ਦਾ ਬਹੁਵਚਨ ਹੈ। ਠੀਕ ਹੈ ਬੇਟਾ ਜੀ, ਇੱਕ ਵਚਨ ਬਹੁਵਚਨ ਹੈ। ਸਬਬ ਕਾਰਨ ਤੇ ਅਸਬਾਬ ਹੁੰਦਾ ਕਾਰਣਾ। ਹੁਣ ਕਾਰਨਾਂ ਨੂੰ ਤੇ ਨਹੀਂ ਹੱਥ ਪਾਇਆ ਹੈ ਨਾ, ਕਾਰਨਾਂ ਦੂਜਾ ਅਰਥ ਵੀ ਕੋਈ ਨਿਕਲਦਾ ਹੋਊਗਾ। ਐ ਤਾਂ ਹੈ ਨਹੀਂ ਵੀ ਦੂਜੇ ਨੇ ਕਾਰਨਾਂ ਨੂੰ ਹੱਥ ਪਾਇਆ। ਕਾਰਨਾਂ ਨੂੰ ਕੋਈ ਕਿਵੇਂ ਹੱਥ ਪਾ ਲੂਗਾ, ਰੀਜ਼ਨ ਨੂੰ ਥੋੜ੍ਹਾ ਕੋਈ ਹੱਥ ਪਾ ਸਕਦਾ। ਦੂਸਰਾ ਸ਼ਬਦ ਮਤਲਬ ਇਹਦਾ ਬਣਦਾ ਹੈ ਸਮਾਨ। ਸਮਾਨ ਜਿਹਨੂੰ ਆਪਾਂ ਜਿਹੜੇ ਫੌਜੀਆਂ ਦਾ ਹੁੰਦਾ ਬੋਰੀਆ ਬਿਸਤਰ, ਉਸ ਨੂੰ ਕਿਹਾ ਜਾਂਦਾ ਅਸਬਾਬ। ਬੋਰੀਆ ਬਿਸਤਰ, ਠੀਕ ਹੈ ਬੇਟਾ ਜੀ, ਬੋਰੀਆ ਬਿਸਤਰ। ਇਹ ਤੁਸੀਂ ਧਿਆਨ ਵਿੱਚ ਰੱਖਣਾ ਹੈ ਅਰਥ। ਅੱਗੇ ਕੀ ਹੈ ਵੀ ਸਾਰੇ ਡੱਬੇ ਦੀ ਲਿਖਿਆ ਹੋਇਆ ਫਿਜ਼ਾ ਬਦਲ ਗਈ। ਫਿਜ਼ਾ, ਫਿਜ਼ਾओं में ਮਤਲਬ ਹਵਾ। ਸਾਰੇ ਡੱਬੇ ਦੀ ਹਵਾ ਬਦਲ ਗਈ ਜਦੋਂ ਕੀ ਆ ਵੀ ਪਖਾਨਾ ਜਿਹੜਾ ਉਹ ਸਾਫ਼ ਕਰਵਾ ਦਿੱਤਾ ਗਿਆ। ਅਗਲੇ ਸਟੇਸ਼ਨ 'ਤੇ ਸਕੰਜਵੀ ਵੇਚਣ ਵਾਲਾ ਆ ਗਿਆ। ਆਂਦਾ ਠੰਡੇ ਮਿੱਠੇ ਗਲਾਸ ਆਨੇ ਆਨੇ ਗਲਾਸ। ਉਹ ਕਹਿੰਦਾ ਵੀ ਇੱਕ ਗਲਾਸ ਹੈ ਜਿਹੜਾ ਉਹ ਇੱਕ ਆਨੇ ਦਾ ਹੈ। ਲਓ ਜੀ ਹੁਣ ਅੱਗੇ ਮੈਂ ਤੁਹਾਨੂੰ ਆਨੇ ਤੇ ਰੁਪਈਏ ਦੀ ਗੱਲ ਥੋੜ੍ਹੀ ਜਿਹੀ ਦੱਸੂਗਾ ਨਾਲ। ਅੱਗੇ ਕੀ ਹੈ ਵੀ ਵੇਖ ਭਾਈ ਬੰਤਾ ਸਿਆ ਠੰਡੇ ਮਿੱਠੇ ਹੈਣ ਪੀ। ਦੋਹਾਂ ਸਿਪਾਹੀਆਂ ਨੂੰ ਗਲਾਸ ਦਵਾ ਦਿੱਤੇ। ਇੱਕ ਸਿਪਾਹੀ ਦਾ ਨਾਮ ਆ ਗਿਆ ਫੜਾਈ ਬੰਤਾ ਸਿਆ।
ਉਹਨਾਂ ਭਾਈ ਜੀ ਨੂੰ ਉਹ ਲਾਲਾ ਜੀ ਵੀ ਬੁੱਲ ਪਏ ਚੂਸਦੇ ਨਹੀਂ, ਉਸ ਕਾਕੇ ਨੂੰ ਪੀ ਦਈ। ਮਤਲਬ ਮੇਜਰ ਸਾਹਿਬ ਨੇ ਕੀ ਕੀਤਾ, 19 ਗਲਾਸ ਮਤਲਬ ਸਾਰਿਆਂ ਨੂੰ ਪਿਆ ਦਿੱਤੇ, ਪਰ ਆਪਦੇ ਨਹੀਂ। ਹੌਲੀ ਹੌਲੀ ਬਾਅਦ ਦੇ ਵਿੱਚ ਉਹਨਾਂ ਨੇ ਪੈਸੇ ਵੀ ਸਾਰਿਆਂ ਤੋਂ ਇਕੱਠੇ ਕਰ ਲਏ, ਮਜ਼ਾਕ ਦੇ ਵਿੱਚ। ਤਾਂ ਦੋਵਾਂ ਸਿਪਾਹੀਆਂ ਨੂੰ ਵੀ ਗਲਾਸ ਪਿਆਏ। ਬੰਤਾ ਸਿੰਘ, ਦੇਖ ਭਾਈ ਬੰਤਾ ਸਿੰਘ ਠੰਡੇ ਮਿੱਠੇ ਹੈਣ ਪੀ। ਬੰਤਾ ਸਿੰਘ ਇਹ ਨਾਮ ਲਿਆ ਗਿਆ, ਇਹਦੇ ਵਿੱਚ ਇੱਕ ਇਹ ਸਿਪਾਹੀ ਦਾ ਨਾਮ ਹੈ। ਸਿਪਾਹੀ ਹੈ ਜਿਹੜੇ ਦੋ ਹੈਗੇ ਆ ਇਹਦੇ ਨਾਲ, ਮੇਜਰ ਸਾਹਿਬ ਦੇ ਨਾਲ, ਇੱਕ ਸਿਪਾਹੀ ਦਾ ਨਾਮ ਹੈਗਾ ਬੰਤਾ ਸਿੰਘ। ਤੇ ਕਿਉਂकि ਭੀੜ ਜ਼ਿਆਦਾ ਕਰਕੇ ਗਲਾਸ ਹੈ ਜਿਹੜੇ ਉਹ ਪਹੁੰਚਣੇ ਮੁਸ਼ਕਿਲ ਸੀ, 19 ਗਲਾਸ ਪਿਲਾਏ ਗਏ। ਤੇ ਮੇਜਰ ਸਾਹਿਬ ਨੇ ਕੀ ਕੀਤਾ, ਲੈ ਭਾਈ ਤੂੰ ਤੇ ਜਾ। 1.25 ਰੁਪਈਆ ਉਸ ਨੂੰ ਦਿੱਤਾ। ਕਿੰਨਾ ਦਿੱਤੇ, ਕਿੰਨੇ ਰੁਪਈਏ ਦਿੱਤੇ, 1.25 ਰੁਪਈਏ। ਅੱਛਾ 19 ਗਲਾਸ ਪਿਆਏ ਗਏ, ਮਤਲਬ 19 ਆਨੇ ਹੋ ਗਏ। 19 ਗਲਾਸ ਮਤਲਬ 19 ਆਨੇ ਹੋ ਗਏ, ਕਿਉਂਕਿ ਇੱਕ ਗਲਾਸ ਹੈ ਜਿਹੜਾ ਉਹ ਲਓ ਗਣਿਤ ਦੀ ਕਲਾਸ ਚੱਲ ਪਈ। ਇੱਕ ਗਲਾਸ 1 ਆਨੇ ਦਾ ਹੈ, ਤਾਂ ਕੀ ਹੈ ਜੀ 1 ਰੁਪਈਏ ਦੇ ਵਿੱਚ 16 ਆਨੇ ਹੁੰਦੇ ਆ। 16 ਤੇ 3 19 ਮਤਲਬ ਸਵਾ ਹੋ ਗਏ ਕਿ ਨਹੀਂ, ਅਰੇ ਹੋ ਗਏ ਕਿ ਨਹੀਂ, ਲਗਭਗ ਸਵਾ ਹੋ ਗਏ ਕਿ ਨਹੀਂ, ਲਗਭਗ 1.25 ਰੁਪਈਆ ਹੋ ਗਿਆ। ਕਿਉਂਕਿ 1 ਰੁਪਈਆ ਤਾਂ 16 ਆਨੇ ਦਾ ਹੀ ਬਣ ਗਿਆ, ਪਲੱਸ ਉੱਤੇ 3 ਰਹਿ ਗਏ, 16 ਤੇ 3 19, ਉਸ ਨੂੰ 1.25 ਰੁਪਈਆ ਦਿੱਤਾ। ਅਗਰ ਤੁਸੀਂ ਮੰਨ ਲਓ 1.25 ਰੁਪਈਆ 1 ਦੇ 4 ਹਿੱਸੇ ਕਰਦੇ ਹੋ, ਇੱਕ 16 ਆਨੇ ਦੇ ਮਤਲਬ 1 ਰੁਪਈਏ ਦੇ 4 ਹਿੱਸੇ, ਤਾਂ ਚੌਥੇ ਹਿੱਸੇ ਦੇ ਵਿੱਚ 4 ਆਨੇ ਆਉਂਦੇ ਆ। ਤਾਂ ਇੱਥੇ 3 ਆਨੇ ਮਤਲਬ ਲਗਭਗ 1.25 ਰੁਪਈਆ। ਮਤਲਬ ਜੇ 20 ਆਨੇ ਉਹਨੂੰ ਦਿੱਤੇ ਹੁੰਦੇ ਤਾਂ ਪੂਰਾ 1.25 ਰੁਪਈਆ ਬਣ ਜਾਣਾ ਸੀਗਾ। ਪਰ ਹੋ ਸਕਦਾ ਵੀ 1.25 ਰੁਪਈਆ ਦਿੱਤਾ ਉਹਦੇ ਤਾਂ ਮਤਲਬ 20 ਆਨੇ ਦਿੱਤੇ ਹੋ ਸਕਦੇ ਆ, ਕਿਉਂਕਿ ਬਣਦੇ ਆ ਨਾ। ਅਰੇ ਮੈਥ ਸਮਝ ਰਹੇ ਹੋ ਕਹਾਣੀ ਕਿ ਨਹੀਂ? ਮੈਨੂੰ ਤਾਂ ਮੈਥ ਆਉਂਦਾ, ਮੈਂ ਤਾਂ ਨੌਨ ਮੈਡੀਕਲ ਦਾ ਵਿਦਿਆਰਥੀ ਰਿਹਾ ਵਾਂ। ਤੁਸੀਂ ਵੀ ਥੋੜ੍ਹਾ ਜਿਹਾ ਇਸ ਚੀਜ਼ ਨੂੰ ਸਮਝੋ ਵੀ ਉਹ ਸਕੰਜਵੀ ਵਾਲਾ ਕਹਿੰਦਾ ਵੀ 1 ਗਲਾਸ ਹੈ ਜਿਹੜਾ ਉਹ 1 ਆਨੇ ਦਾ, 1 ਗਲਾਸ 1 ਆਨੇ ਦਾ। 19 ਗਲਾਸ ਉਹਨੇ ਪਿਆ ਤੇ 19 ਆਨੇ ਹੋ ਗਏ, 19 ਆਨੇ ਹੋ ਗਏ। ਠੀਕ ਹੈ, ਹੁਣ 1 ਰੁਪਈਏ ਦੇ ਵਿੱਚ 16 ਆਨੇ ਆ। ਫਲਾਣੇ ਦੀ ਗੱਲ ਜੀ 16 ਆਨੇ ਸੱਚੀ ਹੈ, ਕਹਿਣ ਦਾ ਮਤਲਬ ਵੀ ਪਿਓਰ ਸੱਚੀ ਹੈ। 1 ਰੁਪਈਆ ਹੈ ਮਤਲਬ ਪੂਰੀ ਹੈ, ਅਧੂਰੀ ਨਹੀਂ ਕਿ 16 ਆਨੇ ਸੱਚੀ ਮਤਲਬ ਪੂਰੀ ਹੈ, ਪੂਰਾ 1 ਰੁਪਈਆ ਬਣਦਾ। 16 ਆਨੇ ਸੱਚੀ ਕਿਉਂ ਕਿਹਾ ਜਾਂਦਾ, ਇੱਕ ਅਖਾਣ ਕਿਉਂ ਵਰਤਿਆ ਜਾਂਦਾ ਵੀ ਫਲਾਣੇ ਨੇ ਆਹ ਬਾਈ ਤੂੰ ਗੱਲ 16 ਆਨੇ ਸੱਚੀ ਆਖੀ ਆ। ਕਹਿ ਤੁਸੀਂ ਸੁਣਿਆ ਹੋਣਾ, ਸ਼ਾਇਦ ਤੁਸੀਂ ਨਾ ਕਹਿੰਦੇ ਹੋ, ਤੁਸੀਂ ਕਿਸੇ ਤੋਂ ਸੁਣਿਆ ਹੋਵੇ। ਪਹਿਲੀ ਗੱਲ ਆਪਾਂ ਕਹਿ ਦਿੰਦੇ ਹਾਂ ਵੀ ਫਲਾਣੇ ਆ ਜੀ 16 ਆਨੇ ਸੱਚੀ ਗੱਲ ਹੈ। ਹੁਣ 16 ਆਨੇ ਦੇ ਵਿੱਚ ਬਣਦਾ 1 ਰੁਪਈਆ, ਕੁੱਲ ਬਣੇ 19 ਆਨੇ। 16 ਤੇ 3 19 ਹੋ ਗਏ, 3 ਆਨੇ ਬਚ ਗਏ। ਦੇਖੋ ਹੁਣ ਮੰਨ ਲਓ ਵੀ 1.25 ਰੁਪਈਆ ਬਣਾਉਣਾ ਆਪਾਂ, 1 ਤੇ 1/4, 1 + 1/4 ਬਣਾਉਣਾ, 1 ਪੂਰਾ ਤੇ 1 1/4। ਹੁਣ ਚੌਥਾ ਹਿੱਸਾ 16 ਦਾ ਬਣਦਾ 4। 16 ਨੂੰ 4 ਦਾ ਭਾਗ ਦਿੰਦੇ ਆ, 4 ਚੌਕੇ 16, 4 ਬਣਦੇ ਆ। ਤਾਂ ਇੱਥੇ ਕੀ ਹੈ ਵੀ 16 ਤੇ 3 19 ਬਣ ਗਏ, ਮਤਲਬ ਕੀ ਆ 1.25 ਰੁਪਈਆ ਦਿੱਤਾ, ਮਤਲਬ 20 ਆਨੇ ਦਿੱਤੇ। ਇਹ ਥੋੜ੍ਹਾ ਜਿਹਾ ਤੁਸੀਂ ਅੱਡ ਜੀ ਗੱਲ ਹੈ 1.25 ਰੁਪਈਆ। ਹੁਣ ਕਿਉਂਕਿ ਮੇਰੇ ਹਿਸਾਬ ਨਾਲ ਤਾਂ ਇਹ ਬਣਦਾ ਹੈ, ਪਰ ਕਿਸੇ ਲਿਖਿਆ ਹੋਇਆ ਨਹੀਂ ਗਾ ਇਹ ਕਿਤੇ ਵੀ ਇੰਨੇ ਬਣਦੇ। 1.25 ਰੁਪਈਆ ਦਿੱਤਾ ਤਾਂ ਐ ਨਹੀਂ ਪੁੱਛੂਗਾ ਵੀ 20 ਆਨੇ ਦਿੱਤੇ ਕਿ ਨਹੀਂ, 1.25 ਰੁਪਈਏ। ਮਤਲਬ ਪ੍ਰਸ਼ਨ ਅਗਰ ਬਣਦਾ ਤਾਂ ਉਹ ਬਣਦਾ ਵੀ ਗਲਾਸ ਕਿੰਨੇ ਪਿਆਏ ਗਏ, 19 ਗਲਾਸ ਪਿਆਏ ਗਏ। ਇੱਕ ਪ੍ਰਸ਼ਨ ਇਹ ਬਣ ਜੂਗਾ ਵੀ ਸਵਾਰੀਆਂ ਨੂੰ ਕਿੰਨੇ, ਮਤਲਬ ਕੀ ਆ ਉਸ ਸ਼ਿਕੰਜਵੀ ਵਾਲੇ ਨੇ ਜਿਹੜੀ ਬਹੁਤਾ ਪਾਂਦੀ ਕਹਾਣੀ ਦੇ ਵਿੱਚ ਸ਼ਿਕੰਜਵੀ ਵਾਲੇ ਨੇ ਸਵਾਰੀਆਂ ਨੂੰ ਕਿੰਨੇ ਗਲਾਸ ਪਿਆਏ। 19 ਗਲਾਸ ਤੇ ਉਹਦੀ ਕਿੰਨੇ ਬਣਦੇ ਸੀਗੇ, 19 ਆਨੇ ਬਣਦੇ ਸੀਗੇ, ਕਿਉਂਕਿ 1 ਗਲਾਸ 1 ਆਨੇ ਦਾ। ਤਾਂ ਪਰ ਉਹਨੂੰ ਮੇਜਰ ਸਾਹਿਬ ਨੇ ਫਿਰ ਉਹਨੂੰ ਕਿੰਨੇ ਰੁਪਈਏ ਦਿੱਤੇ, 1.25 ਰੁਪਈਆ ਦਿੱਤਾ। ਇਹ ਥੋੜ੍ਹਾ ਜਿਹਾ ਯਾਦ ਰੱਖ ਲਿਓ ਤੁਸੀਂ। ਇਹ ਪ੍ਰਸ਼ਨ ਆ ਜਿਹੜੇ ਐਵੇਂ ਦੇ ਬਣਦੇ ਹੁੰਦੇ, ਐਵੇਂ ਪ੍ਰਸ਼ਨ ਬਣ ਜੇ ਭੈੜਾ ਜਿਹਾ ਹੈ ਨਾ, ਮੁੜ ਕੇ ਤੁਸੀਂ ਉੱਥੇ ਤਾਂਠਾ ਵੇਖੋ, ਭੈੜਾ ਜਿਹਾ ਮੂੰਹ ਤੁਸੀਂ ਕਰੋ, ਯਾ ਕੀ ਹੋ ਗਿਆ ਸਾਡੇ ਨਾਲ। ਜਾਨਸ਼ੀਨ ਸ਼ਬਦ ਆਇਆ ਇੱਕ ਜਗ੍ਹਾ ਤੇ ਹੋਏ, ਹਾਂ ਜਾਨਸ਼ੀਨ ਉੱਤਰਾਧਿਕਾਰੀ। ਜਾਨਸ਼ੀਨ ਦਾ ਮਤਲਬ ਹੈ ਉੱਤਰਾਧਿਕਾਰੀ, ਉੱਤਰਾਧਿਕਾਰੀ। ਜਾਨਸ਼ੀਨ ਉੱਤਰਾਧਿਕਾਰੀ ਨੂੰ ਕਿਹਾ ਜਾਂਦਾ, ਜਿਹਨੂੰ ਆਪਾਂ ਵਾਰਸ ਵੀ ਕਹਿ ਦਿੰਦੇ ਹਾਂ। ਵਾਰਸ ਹੈ ਜੀ, ਤੂੰ ਮੇਰਾ ਵਾਰਸ ਹੈ ਕਿ ਹੈ। ਹਾਂ ਠੀਕ ਹੈ ਬੇਟਾ ਜੀ, ਆ ਗੱਲ ਤੁਸੀਂ ਚੇਤੇ ਰੱਖਣੀ ਹੈ। ਤੇ ਅੱਗੇ ਆ ਜਿਹੜੀਆਂ ਲਾਸਟ ਦੇ ਵਿੱਚ ਨਾ ਗੱਲ ਜਿਹੜੀ ਬਾਹਲੀ ਲਾਸਟ ਦੇ ਵਿੱਚੋਂ ਬਣਦੀ ਹੁੰਦੀ ਹੈ। ਹਾਲਾਂਕਿ ਸਾਰੀ ਕਹਾਣੀ ਨੂੰ ਵਾਰੀ ਪੜ੍ਹਦੇ ਰਹੋ। ਤਾਂ ਇਹ ਹੈ ਜਿਹੜਾ ਮੇਜਰ ਸਾਹਿਬ ਸਵਾਰੀਆਂ ਨੂੰ ਕਹਿ ਰਹੇ ਆ ਵੀ ਮੈਂ ਆਪਣਾ ਨਿਕਸਕ ਪੀਪੇ ਮਰਿਆਂ ਦੇ ਡੱਬੇ 'ਚੋਂ ਇਕੱਠਾ ਕਰਨਾ ਹੈ, ਐਤਕੀ ਮਾफ़ੀ ਦੇ ਦਿਓ, ਫਿਰ ਜਿਹੋ ਜਿਹਾ ਮੌਕਾ ਮਿਲਿਆ ਤਾਂ ਪੂਰਾ ਪਤਾ ਨੋਟ ਕਰਾ ਦਿਆਂਗਾ। ਮੰਨ ਲਓ ਐਵੇਂ ਹੀ ਪੁੱਛ ਲਿਆ ਐਤਕੀ ਮਾफ़ੀ ਦੇ ਦਿਓ, ਫਿਰ ਇਹੋ ਜਿਹਾ ਮੌਕਾ ਮਿਲਿਆ ਤਾਂ ਪੂਰਾ ਪਤਾ ਨੋਟ ਕਰਾ ਦਿਆਂਗਾ। ਇਹ ਗੱਲ ਕਿਹਨੇ ਆਖੀ ਹੈ, ਤਾਂ ਇਹ ਸ਼ਬਦ ਹੈ ਜੀ ਮੇਜਰ ਸਾਹਿਬ 'ਤੇ ਆਖੇ ਹੋਏ ਆ। ਆਓ ਗਏ ਮਤਲਬ ਮੇਜਰ ਸਾਹਿਬ ਚਲੇ ਗਏ ਤੇ ਸਾਰਾ ਡੱਬਾ ਹੈ ਜਿਹੜਾ ਉਹ ਭਾਂ ਕਰਨ ਲੱਗ ਪਿਆ। ਡੱਬੇ ਦੇ ਵਿੱਚੋਂ ਇਸ ਤਰ੍ਹਾਂ ਲੱਗੇ ਵੀ ਰੂਹ ਨਿਕਲ ਗਈ ਹੈ, ਔਰ ਰੂਹ ਨਿਕਲ ਜਾਏ ਜਦੋਂ ਤਾਂ ਸਰੀਰ ਹੈ ਜਿਹੜਾ ਉਹ ਸੁੰਨ ਹੋ ਜਾਂਦਾ ਹੈ। ਹੁਣ ਤੁਸੀਂ ਐਵੇਂ ਸਮਝੋ ਵੀ ਰੂਹ ਹੈ ਜਿਹੜੀ ਉਹ ਸੀਗੇ ਮੇਜਰ ਸਾਹਿਬ,
ਉਹ ਕੌਣ ਸੀ? ਮੇਜਰ ਸਾਹਿਬ। ਤੇ ਡੱਬਾ ਹੈ ਜਿਹੜਾ ਉਹ ਸਰੀਰ ਹੈ, ਸਰੀਰ ਦੇ ਵਿੱਚ ਮੇਜਰ ਸਾਹਿਬ ਦੀ ਰੂਹ ਸੀ, ਠੀਕ ਹੈ। ਤਾਂ ਉਹ ਡੱਬਾ ਜਿਹੜਾ ਉਹ ਸੁੰਨ ਹੋ ਗਿਆ, ਸਰੀਰ ਜਿਵੇਂ ਆਤਮਾ ਨਿਕਲਣ ਤੋਂ ਬਾਅਦ ਸਰੀਰ ਸੁੰਨ ਹੋ ਜਾਂਦਾ। ਲਓ ਜੀ, ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਗੱਲ ਜਿਹੜੀ ਖਤਮ ਹੋ ਗਈ ਹੈ। ਅਗਲੀ ਜਿਹੜੀ ਆਪਾਂ ਪੜ੍ਹਨਾ ਜਿਹੜਾ, ਉਹ ਤੁਹਾਨੂੰ ਪਤਾ ਹੀ ਹੈ ਬੇਟਾ ਜੀ, ਉਹ ਆਪਾਂ ਅਗਲਾ ਕਹਾਣੀਕਾਰ ਹੈ ਜਿਹੜਾ, ਉਹ ਸੁਜਾਨ ਸਿੰਘ ਬਾਰੇ ਪੜ੍ਹਾਂਗੇ। ਸੁਜਾਨ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਮੈਨੂੰ ਉਮੀਦ ਆ ਵੀ ਸਾਰੀਆਂ ਗੱਲਾਂ ਤੁਹਾਨੂੰ ਸਮਝ 'ਚ ਆਈਆਂ ਹੋਣਗੀਆਂ। ਯਾਦ ਰੱਖਿਓ ਇਹਨੂੰ, ਕਿਉਂਕਿ ਇਹ ਜ਼ਰੂਰੀ ਹੈ। ਇਹ ਮੁੜ ਕੇ ਕੋਈ ਪ੍ਰਸ਼ਨ ਇਸ ਤਰ੍ਹਾਂ ਦਾ ਬਣ ਜੇ ਵੀ ਜਿਹੜਾ ਮੁੜ ਕੇ ਪਰੇਸ਼ਾਨੀ ਆਪਾਂ ਨੂੰ ਖੜੀ ਕਰੇ। ਅਗਲਾ ਹੀ ਆਪਾਂ ਟੌਪਿਕ ਦੇਖਣਾ ਵੀ ਕੌਣ ਹੈ ਪੰਜਾਬੀ ਕਹਾਣੀ ਦੇ ਵਿੱਚ। ਅਗਲਾ ਟੌਪਿਕ ਜਿਹੜਾ ਆਪਾਂ ਪੜ੍ਹਨਾ ਉਹ ਹੈਗਾ ਜੀ ਸੰਤ ਸਿੰਘ ਸੇਖੋਂ। ਫਸਟ ਅਤੇ ਸੈਕਿੰਡ ਦੋਨੋਂ ਗ੍ਰੇਡ ਨੇ ਪੜ੍ਹਨਾ। ਅਗਲੀ ਜਮਾਤ ਲੈ ਕੇ ਜਲਦੀ ਮਿਲਦੇ ਹਾਂ ਜੀ। ਰੱਬ ਰਾਖਾ।